ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ ਔਰ ਆਪ ਰਸਨਾਵਤੀ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਇਕ ਤਿਲ ਪਿਆਰਾ ਵਿਸਰੈ, ਦੁਖ ਲਾਗੈ ਸੁਖ ਜਾਏ। ਜਿਹਵਾ ਜਲੋ ਜਲਾਵੜੀ, ਨਾਮ ਨਾ ਜਪੈ ਰਸਾਏ। ਘਟ ਬਿਨਸੈ ਦੁਖ ਅਗਲੋ, ਜਮ ਪਕੜੈ ਪਛਤਾਏ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ। ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ ਔਰ 59 ਦੇ ਉੱਪਰ 8 ਪਦਿਆਂ ਦੇ ਰੂਪ ਵਿੱਚ ਸੁਭਾਈਮਾਨ ਹੈ। ਜਿਨ੍ਹਾਂ ਵਿੱਚੋਂ ਪਹਿਲੇ 4 ਪਦਿਆਂ ਤੱਕ ਦੀ ਵਿਚਾਰ ਆਪ ਸੰਗਤਾਂ ਕੱਲ ਦੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੀਆਂ ਹੋ ਔਰ ਰਹਿੰਦੇ ਸ਼ਬਦ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ ਹੈ। ਜਦੋਂ ਸੰਸਾਰਕ ਤੌਰ ਉੱਤੇ ਅਸੀਂ ਆਪਣਾ ਜੀਵਨ ਬਤੀਤ ਕਰਦੇ ਹਾਂ ਮਨੁੱਖ ਆਪਣੀ ਜ਼ਿੰਦਗੀ ਨੂੰ ਜਿਉਂਦਾ ਹੋਇਆ
ਆਪਣੇ ਜੀਵਨ ਵਿਚਲੀਆਂ ਕੁਝ ਚੀਜ਼ਾਂ, ਕੁਝ ਵਸਤੂਆਂ ਐਸੀਆਂ ਨੇ ਜਿਨ੍ਹਾਂ ਨੂੰ ਭੁੱਲਣਾ ਚਾਹੁੰਦਾ ਹੈ। ਤਾਂ ਜੋ ਉਹਨਾਂ ਨੂੰ ਭੁੱਲ ਕੇ ਸੁੱਖਾਂ ਭਰਿਆ ਜੀਵਨ ਗੁਜ਼ਾਰ ਸਕੇ। ਕੁਝ ਕਰਮ ਕਹਿ ਲਈਏ, ਕੁਝ ਪਦਾਰਥ, ਕੁਝ ਵਸਤੂਆਂ ਕਹਿ ਲਈਏ, ਜਾਂ ਕੁਝ ਐਸੇ ਹਾਲਾਤ ਜਿਨ੍ਹਾਂ ਨੂੰ ਇਨਸਾਨ ਭੁੱਲ ਕੇ ਤੇ ਆਪਣਾ ਜੀਵਨ ਸੁੱਖਾਂ ਭਰਿਆ ਜਿਉਣਾ ਚਾਹੁੰਦਾ। ਔਰ ਕੋਸ਼ਿਸ਼ ਵੀ ਕਰਦਾ ਹੈ, ਉਹਨਾਂ ਨੂੰ ਭੁੱਲਣ ਵਾਸਤੇ ਯਤਨ ਵੀ ਕਰਦਾ ਹੈ। ਔਰ ਚੇਤਾ ਉਹ ਕੁਝ ਰੱਖਣਾ ਚਾਹੁੰਦਾ ਜਿਹਦੇ ਚੋਂ ਸੁੱਖ ਉਪਜੇ, ਸੁੱਖ ਪੈਦਾ ਹੋਵੇ। ਜਿਹਨੂੰ ਸੌਖੇ ਦੇ ਤਰੀਕੇ ਸਮਝਣਾ ਹੋਵੇ, ਇਨਸਾਨ ਆਪਣਾ ਬੁਰਾ ਵਕਤ ਭੁੱਲਣਾ ਚਾਹੁੰਦਾ ਔਰ ਚੰਗੇ ਨੂੰ ਚੇਤਾ ਰੱਖਣਾ ਚਾਹੁੰਦਾ ਹੈ। ਕਿਉਂਕਿ ਬੁਰਾ ਵਕਤ ਜਦੋਂ ਗੁਜ਼ਰ ਰਿਹਾ ਸੀ ਉਦੋਂ ਵੀ ਇਨਸਾਨ ਦੁਖੀ ਸੀ, ਗੁਜ਼ਰ ਗਿਆ ਹੁਣ ਚੇਤੇ ਕਰ ਕਰ ਦੁਖੀ ਹੋਈ ਜਾਂਦਾ ਹੈ। ਇਸ ਲਈ ਇਹ ਇਨਸਾਨ ਆਪਣੇ ਬੁਰੇ ਵਕਤ ਨੂੰ ਚੇਤਾ ਨਹੀਂ ਰੱਖਣਾ ਚਾਹੁੰਦਾ ਵੀ ਮੈਂ ਦੁਖੀ ਨਾ ਹੋਵਾਂ। ਚੰਗਾ ਵਕਤ ਚਾਹੇ ਗੁਜ਼ਰ ਰਿਹਾ ਸੀ, ਚਾਹੇ ਗੁਜ਼ਰ ਗਿਆ ਜਾਂ ਚੱਲ ਰਿਹਾ ਹੈ, ਇਨਸਾਨ ਨੂੰ ਚੇਤੇ ਰੱਖਦਾ। ਕਿਉਂ? ਕਿਉਂਕਿ ਉਹਦੇ ਵਿੱਚੋਂ ਇਹਨੂੰ ਖੁਸ਼ੀ ਮਿਲ ਰਹੀ ਹੈ, ਇਹਨੂੰ ਸਕੂਨ ਮਿਲ ਰਿਹਾ, ਪ੍ਰਸੰਨਤਾ ਮਿਲ ਰਹੀ, ਇਸ ਲਈ ਇਹ ਚੇਤੇ ਰੱਖ ਰਿਹਾ। ਇਹ ਤੇ ਸੀ ਸੰਸਾਰਕ ਤੌਰ ਤੇ। ਵਸਤੂਆਂ ਨੂੰ ਭੁੱਲਣਾ ਚਾਹੁੰਦਾ ਹੈ ਸੁਖੀ ਹੋਣ ਵਾਸਤੇ, ਦੁੱਖ ਖਤਮ ਕਰਨ ਵਾਸਤੇ। ਪਰ ਅਧਿਆਤਮ ਤੌਰ ਉੱਤੇ ਇਹਦੇ ਤੋਂ ਬਿਲਕੁਲ ਆਪੋਜ਼ਿਟ ਹੈ। ਅਧਿਆਤਮ ਤੌਰ ਉੱਤੇ ਸੁੱਖ ਭੁੱਲ ਕੇ ਨਹੀਂ, ਸੁੱਖ ਚੇਤੇ ਰੱਖ ਕੇ ਹੈ। ਜਿਹਨੂੰ ਅਸੀਂ ਆਪਣਾ ਅਧਿਆਤਮ ਜੀਵਨ ਕਹਿ ਸਕਦੇ ਹਾਂ, ਜਾਂ ਜ਼ਿੰਦਗੀ ਵਿਚਲਾ ਆਨੰਦ ਕਹਿ ਸਕਦੇ ਹਾਂ, ਸਦੀਵ ਪ੍ਰਸੰਨਤਾ। ਜਿਸ ਪ੍ਰਸੰਨਤਾ ਵਾਸਤੇ, ਜਿਸ ਆਨੰਦ ਵਾਸਤੇ ਇਨਸਾਨ ਦੌੜਿਆ ਭੱਜਿਆ ਫਿਰਦਾ ਹੈ, ਉਹ ਪ੍ਰਸੰਨਤਾ, ਉਹ ਆਨੰਦ ਲੈਣ ਵਾਸਤੇ ਇਨਸਾਨ ਭੁੱਲ ਕੇ ਨਹੀਂ, ਚੇਤੇ ਰੱਖ ਕੇ ਉਹ ਆਨੰਦ ਨੂੰ ਮਾਣ ਸਕਦਾ। ਸਤਿਗੁਰੂ ਜੀ ਨੇ ਇਸੇ ਬਾਤ ਦਾ ਅੱਜ ਪ੍ਰਗਟਾਵਾ ਕੀਤਾ। ਕਹਿੰਦੇ ਇੱਕ ਤਿਲ ਪਿਆਰਾ ਵਿਸਰੈ, ਇੱਕ ਤਿਲ ਜਿੰਨੇ ਸਮੇਂ ਵਾਸਤੇ ਵੀ, ਮਤਲਬ ਥੋੜਾ ਜਿਹਾ ਸਮਾਂ ਪਿਆਰਾ ਵਿਸਰੈ। ਜੇ ਉਹ ਪਿਆਰਾ ਵਿਸਰ ਜਾਏ, ਮਤਲਬ ਰੱਬ ਜੀ ਭੁੱਲ ਜਾਣ, ਰੱਬ ਜੀ ਵਿਸਰ ਜਾਏ, ਤੇ ਕੀ ਹੋਏਗਾ? ਦੁੱਖ ਲੱਗ ਗਿਆ, ਸੁੱਖ ਜਾਏ। ਕਹਿੰਦੇ ਦੁੱਖ ਲੱਗ ਜਾਂਦਾ ਹੈ ਤੇ ਸੁੱਖ ਚਲੇ ਜਾਂਦਾ ਹੈ। ਹੁਣ ਇਹਨੂੰ ਸੌਖੇ ਜਿਹੇ ਰੂਪ ਚ ਜੇ ਸਮਝਣਾ ਹੋਵੇ, ਮੌਤ ਵੇਖ ਕੇ ਕਦੇ ਕੋਈ ਸੁਖੀ ਹੋਇਆ? ਮੌਤ ਵੇਖ ਕੇ ਤੇ ਹਮੇਸ਼ਾ ਦੁੱਖ ਹੀ ਹੁੰਦਾ। ਸੁੱਖ ਕਿਹਦੇ ਵਿੱਚ ਹੈ? ਜ਼ਿੰਦਗੀ ਵਿੱਚ। ਮੌਤ ਨੂੰ ਹਜੇ ਭਾਵੇਂ ਨਾ ਆਈ ਹੋਵੇ, ਮੌਤ ਆਈ ਨਹੀਂ, ਮੌਤ ਨੂੰ ਆਪਣੇ ਸਾਹਮਣੇ ਖੜੋ ਕੇ, ਖੜੋਤਿਆਂ ਵੇਖਣਾ, ਜਾਂ ਮੌਤ ਨੂੰ ਆਪਣੀਆਂ ਅੱਖਾਂ ਸਾਹਮਣੇ ਵੇਖਣਾ,
ਬੰਦਾ ਬੜਾ ਦੁਖੀ ਹੋ ਜਾਂਦਾ ਵੀ ਇਹ ਤੇ ਮਰ ਜਾਣਾ ਹੁਣ। ਤੇ ਜੇ ਉਹੀ ਮੌਤ ਦੀ ਥਾਂ ਉੱਤੇ ਸਾਹਮਣੇ ਜ਼ਿੰਦਗੀ ਨਜ਼ਰ ਆਉਂਦੀ ਹੋਵੇ, ਬੰਦੇ ਦੀ ਖੁਸ਼ੀ ਦਾ ਟਿਕਾਣਾ ਨਹੀਂ। ਫਿਰ ਬੰਦੇ ਨੂੰ ਇਹ ਆਸ ਹੁੰਦਾ ਵੀ ਹੁਣ ਮੌਤ ਦੇ ਮੂੰਹ ਵਿੱਚੋਂ ਮੈਂ ਨਿਕਲ ਜਾਣਾ, ਸਾਹਮਣੇ ਜ਼ਿੰਦਗੀ ਹੈ। ਮਨੁੱਖ ਜ਼ਿੰਦਗੀ ਵੱਲ ਦੌੜਦਾ। ਹੁਣ ਮਾਲਕ ਜੀ ਕਹਿੰਦੇ, ਇੱਕ ਤਿਲ ਪਿਆਰਾ ਵਿਸਰੈ, ਦੁੱਖ ਲੱਗੈ ਸੁਖ ਜਾਏ। ਜ਼ਿੰਦਗੀ ਜਿਹੜੀ ਹੈ ਉਹ ਚਲੀ ਜਾਂਦੀ ਹੈ ਤੇ ਸਾਹਮਣੇ ਮੌਤ ਨਜ਼ਰੀ ਆਉਣ ਲੱਗ ਪੈਂਦੀ ਜਦੋਂ ਉਹ ਅਕਾਲ ਪੁਰਖ ਪਰਮੇਸ਼ਵਰ ਭੁੱਲ ਜਾਂਦਾ ਹੈ। ਫਿਰ ਕੀ ਹੁੰਦਾ ਹੈ? ਦੁੱਖ ਲੱਗਦਾ ਤੇ ਸੁਖ ਚਲੇ ਜਾਂਦਾ, ਕਿਉਂਕਿ ਜ਼ਿੰਦਗੀ ਨਹੀਂ ਨਾ ਦਿਸ ਰਹੀ। ਹੁਣ ਕੀ ਦਿਸ ਰਿਹਾ? ਆਖਾਂ ਜੀਵਾਂ ਵਿਸਰੈ ਮਰ ਜਾਉ। ਵਿਸਰਨ ਦੇ ਉੱਤੇ ਮਰ ਜਾਣਾ ਆ, ਮੌਤ ਆ ਜਾਂਦੀ ਹੈ, ਮਤਲਬ ਦੁੱਖ ਆਏ। ਦੁੱਖ ਲੱਗ ਗਏ ਨਾ, ਦੁੱਖ ਲੱਗ ਗਏ, ਦੁੱਖ ਲੱਗ ਗਿਆ ਕਿਉਂਕਿ ਭੁੱਲ ਗਿਆ। ਭੁੱਲ ਗਿਆ ਤੇ ਮੌਤ। ਤੇ ਜ਼ਿੰਦਗੀ ਕਿੱਥੇ ਹੈ? ਆਖਾਂ ਜੀਵਾਂ, ਆ ਜ਼ਿੰਦਗੀ ਹੈ, ਮਤਲਬ ਚੇਤੇ ਰੱਖਣ ਵਿੱਚ। ਜੇ ਉਹ ਭੁੱਲੇਗਾ ਨਹੀਂ ਤੇ ਫਿਰ ਕੀ ਹੈ? ਸੁਖ। ਜੇ ਉਹ ਭੁੱਲ ਗਿਆ ਤੇ ਫਿਰ ਦੁੱਖ। ਭੁੱਲ ਗਿਆ ਤੇ ਮੌਤ, ਚੇਤੇ ਰਹਿ ਗਿਆ ਤੇ ਜੀਵਨ, ਜ਼ਿੰਦਗੀ। ਜਦੋਂ ਜ਼ਿੰਦਗੀ ਹੋਏਗੀ ਉਦੋਂ ਸੁਖ ਹੋਏਗਾ। ਜਦੋਂ ਜ਼ਿੰਦਗੀ ਨਹੀਂ, ਮੌਤ ਦਿਸ ਰਹੀ ਹੋਏਗੀ, ਉਦੋਂ ਬੰਦਾ ਚੰਗਾ ਭਲਾ ਵੀ ਦੁਖੀ ਹੋ ਜਾਂਦਾ ਵੀ ਹੁਣ ਮੌਤ ਆ ਗਈ। ਇਹਨੂੰ ਆਪਾਂ ਹੋਰ ਕਈ ਬਚਨਾਂ ਦੇ ਰੂਪ ਵਿੱਚ ਪੜ੍ਹਦੇ ਹਾਂ, ਜਿਹਨੂੰ ਸਤਿਗੁਰੂ ਜੀ ਆਖਦੇ, ਹਰ ਬਿਸਰਤ ਸਦਾ ਖੁਆਰੀ। ਤੇ ਖੁਆਰ ਹੁੰਦਾ ਬੰਦਾ ਕਦੇ ਸੁਖੀ ਹੋਇਆ ਵੇਖਿਆ? ਸਾਨੂੰ ਨਾ ਇੱਕ ਕੰਮ ਕਰਨ ਵਾਸਤੇ, ਇੱਕ ਕਾਰਜ ਵਾਸਤੇ ਕਿਸੇ ਬੰਦੇ ਕੋਲ ਦੂਜੀ ਵਾਰ ਜਾਣਾ ਪੈ ਜੇ, ਕਿੰਨਾ ਕੁਛ ਮਨ ਵਿੱਚ ਆਉਂਦਾ। ਇੱਕ ਕਾਰਜ ਵਾਸਤੇ ਅਸੀਂ ਇੱਕ ਮਨੁੱਖ ਕੋਲ ਦੂਜੀ ਵਾਰੀ ਚਲੇ ਗਏ ਵੀ ਸੱਜਣਾ ਸਾਡਾ ਇਹ ਕਾਰਜ ਕਰਦੇ। ਜਦੋਂ ਦੂਜੀ ਵਾਰੀ ਗਏ ਨਾ, ਅਸੀਂ ਬੜਾ ਕੁਝ ਮਨ ਵਿੱਚ ਸੋਚ ਕੇ ਵਿਚਾਰ ਕੇ ਗਏ। ਜੇ ਤੇ ਕੰਮ ਹੋ ਗਿਆ, ਹੋ ਸਕਦਾ ਸਾਡੇ ਮਨ ਦੇ ਵਲਵਲੇ ਉੱਥੇ ਕੀ ਰੁਕ ਜਾਣ। ਜੇ ਉਹਨੇ ਦੂਜੀ ਵਾਰ ਵੀ ਵਾਪਸ ਮੋੜਤਾ ਨਾ, ਤੀਜੀ ਵਾਰੀ ਫਿਰ ਹਾਲਾਤ ਵੇਖੀਏ ਆਪਣੇ ਮਨਾਂ ਦੇ ਵੀ ਬਣਦਾ ਕੀ। ਖੁਆਰ ਹੋਣਾ ਇਸੇ ਨੂੰ ਕਹਿੰਦੇ ਨੇ ਵੀ ਬਾਰ-ਬਾਰ ਠੋਕਰਾਂ ਖਾਣੀਆਂ, ਬਾਰ-ਬਾਰ ਉਲਝੇ ਫਿਰਨਾ, ਇਸੇ ਨੂੰ ਖੁਆਰੀ ਕਹਿੰਦੇ। ਤੇ ਸਤਿਗੁਰੂ ਕਹਿੰਦੇ ਵੀ ਜਦੋਂ ਰੱਬ ਭੁੱਲ ਜਾਂਦਾ ਉਦੋਂ ਕੀ ਹੁੰਦਾ? ਖੁਆਰੀ। ਫਿਰ ਕੀ ਵੱਜਦਾ? ਠੋਕਰਾਂ। ਕਾਹਦੀਆਂ? ਦਰ-ਦਰ ਤੇ। ਫਿਰ ਬੰਦਾ ਦੌੜਿਆ ਹੀ ਫਿਰਦਾ। ਖੁਆਰ ਹੋਇਆ ਬੰਦਾ ਕਦੇ ਸੁਖੀ ਨਹੀਂ, ਜਾਂ ਖੁਆਰ ਹੁੰਦਾ ਬੰਦਾ ਕਦੇ ਸੁਖੀ ਨਹੀਂ ਹੈ। ਹਮੇਸ਼ਾ ਇਨਸਾਨ ਉਹ ਸੁਖੀ ਹੁੰਦਾ ਜਿਹੜਾ ਖੁਆਰ ਨਾ ਹੋਵੇ। ਸਤਿਗੁਰੂ ਕਹਿੰਦੇ ਤੇਰੀ ਖੁਆਰੀ ਦਾ ਕਾਰਨ ਹੈ, ਤੇ ਕਾਰਨ ਕੀ ਹੈ? ਹਰ ਬਿਸਰਤ, ਰੱਬ ਜੀ ਦਾ ਭੁੱਲ ਜਾਣਾ। ਤੇ ਨਾਲ ਦੂਜਾ ਪੱਖ ਵੀ ਰੱਖਿਆ, ਤਾ ਕਉ ਧੋਖਾ ਕਹਾ ਵਿਆਪੈ, ਜਾ ਕਉ ਓਟ ਤੁਹਾਰੀ। ਉਹਨੂੰ ਕਦੇ ਧੋਖਾ ਵੀ ਨਹੀਂ ਵਿਆਪਦਾ ਜਿਹੜਾ ਓਟ ਉਹਦੀ ਤੇ ਜਿਉਂਦਾ ਹੈ। ਫਿਰ ਸਤਿਗੁਰੂ ਨਾਲ ਕਹਿੰਦੇ, ਬਿਨ ਸਿਮਰਨ ਅੱਗ ਵਿੱਚ ਸੜਦਾ ਕਦੀ ਸੁਖੀ ਹੋਇਆ? ਅੱਗ 'ਚ ਸੜਦਾ ਤੇ ਕੁਰਲਾਉਂਦਾ ਹੈ। ਅੱਗ ਦੇ ਸੜਨ, ਅੱਗ ਵਿੱਚ ਸੜਨ ਦੀ ਵੀ ਬਾਤ ਛੱਡੋ। ਕਿਤੇ ਮਨੁੱਖ ਨੂੰ ਨਾ ਆਪਣੀ ਬਾਡੀ ਦੇ ਅੰਦਰ ਮਹਿਸੂਸ ਹੋਵੇ ਨਾ ਵੀ ਅੱਜ ਮੈਨੂੰ ਜਲਨ ਹੋ ਰਹੀ ਹੈ, ਅੱਜ ਮੈਨੂੰ ਸਾੜ ਪੈ ਰਿਹਾ, ਤੇ ਇਨਸਾਨ ਕੁਰਲਾ ਉੱਠਦਾ। ਕਦੇ ਕਿਸੇ ਡਾਕਟਰ ਕੋਲ ਤੇ ਕਦੇ ਕਿਸੇ ਕੋਲ ਮੈਡੀਸਿਨ ਲੈਣ ਤੁਰਿਆ ਜਾਂਦਾ। ਸਤਿਗੁਰੂ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਨ। ਕਿੱਦਾਂ ਦਾ? ਸਰਪ ਜੈਸੇ
ਅਰ ਜਾਰੀ। ਏਦਾਂ ਨਜ਼ਰੀ ਪੈਂਦਾ ਜਿਵੇਂ ਸੱਪ ਆਪਣੀ ਸਾਰੀ ਜ਼ਿੰਦਗੀ ਤੜਫਦਾ ਨਾ, ਜ਼ਹਿਰ ਘੋਲੀ ਜਾਂਦਾ ਹੈ, ਤੜਫੀ ਜਾਂਦਾ ਹੈ। ਉਹਨੂੰ ਤੜਫਾਉਣ ਵਾਲਾ ਕੋਈ ਹੋਰ ਨਹੀਂ ਹੈ, ਉਹਦੀ ਆਪਣੀ ਅੰਦਰਲੀ ਜ਼ਹਿਰ ਹੀ ਉਹਨੂੰ ਤੜਫਾਈ ਜਾਂਦੀ। ਤੇ ਮਨੁੱਖ ਦੇ ਅੰਦਰਲੀ ਜ਼ਹਿਰ ਮਨੁੱਖ ਨੂੰ ਤੜਫਾਈ ਜਾਂਦੀ। ਜ਼ਹਿਰ ਹੀ ਹੈ ਨਾ। ਸੰਸਾਰਕ ਪਦਾਰਥਾਂ ਪ੍ਰਤੀ ਮੋਹ, ਸੰਸਾਰਕ ਪਦਾਰਥਾਂ ਪ੍ਰਤੀ ਪ੍ਰੀਤ। ਔਰ ਸੱਪ ਕਦੇ ਨਹੀਂ ਤੜਫਦਾ ਜੇ ਕਿਤੇ ਚੰਦਨ ਰੁੱਖ ਨਜ਼ਦੀਕ ਹੋਵੇ, ਕਿਉਂਕਿ ਜਦੋਂ ਉਹਨੂੰ ਤੜਫਣਾ ਮਹਿਸੂਸ ਹੁੰਦੀ ਹੈ ਉਦੋਂ ਹੀ ਉਹ ਚੰਦਨ ਦੇ ਡੰਗ ਮਾਰ ਲੈਂਦਾ, ਉਹਨੂੰ ਠੰਡ ਮਿਲ ਜਾਂਦੀ। ਮਾਲਕ ਜੀ ਕਹਿੰਦੇ ਜੇ ਤੇ ਸਿਮਰਨ ਤੋਂ ਬਿਨਾ ਹੈ ਬਸ ਇਉਂ ਸਮਝੀ ਤੇਰੀ ਹਾਲਤ ਉਸ ਸੱਪ ਵਰਗੀ ਹੈ ਜਿਹੜਾ ਸੱਪ ਚੰਦਨ ਦੀ ਦੂਰੀ ਦੇ ਉੱਤੇ ਹੈ, ਚੰਦਨ ਤੋਂ ਕੋਹਾਂ ਦੂਰੀ ਤੇ ਬੈਠਾ। ਤੇ ਜੇ ਤੇਰੇ ਕੋਲ ਬੰਦਗੀ ਹੈ, ਰੱਬ ਜੀ ਦਾ ਸਿਮਰਨ ਹੈ, ਫਿਰ ਤੇਰੀ ਹਾਲਤ ਕਹਿ ਸਕਦੇ ਆ ਵੀ ਤੂੰ ਉਦਾਂ ਦਾ ਹੈ ਵੀ ਜਿਹਨੂੰ ਜਦੋਂ ਕਿਤੇ ਚਿੰਤਾ ਬਣਦੀ, ਕਿਤੇ ਜਲਨ ਹੁੰਦੀ, ਕਿਤੇ ਤੜਫਣਾ ਹੁੰਦੀ, ਉਸੇ ਵੇਲੇ ਉਹ ਅਕਾਲ ਪੁਰਖ ਪਰਮੇਸ਼ਵਰ ਦੀ ਬੰਦਗੀ 'ਚ ਜੁੜ ਜਾਂਦਾ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰ ਜਾਰੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਗੋ ਹਾਰੀ। ਅਖੀਰ ਹਾਰ ਕੇ ਜਾਂਦਾ। ਹਾਰਿਆ ਹੋਇਆ ਬੰਦਾ ਕਿੰਨਾ ਕੁ ਖੁਸ਼ ਹੁੰਦਾ। ਜੇ ਕਿਸੇ ਦੋ ਟੀਮ ਦੇ ਵਿੱਚ ਮੈਚ ਹੁੰਦਾ ਹੈ ਤੇ ਉਹਨਾਂ ਦੇ ਵਿੱਚੋਂ ਉਹ ਟੀਮ ਕਦੇ ਖੁਸ਼ ਹੁੰਦੀ ਵੇਖੀ ਜਿਹੜੀ ਹਾਰ ਜਾਏ? ਹਾਲਾਂਕਿ ਉਹ ਜਿੱਤਣ ਵਾਲੀ ਟੀਮ ਨੂੰ ਜਿਹੜੀ ਹੈ ਉਹ ਵਧਾਈਆਂ ਦੇ ਰਹੀ ਹੈ, ਭਾਈ ਤੁਹਾਨੂੰ ਉਹ ਕੰਗ੍ਰੈਚੁਲੇਸ਼ਨਸ ਕਰ ਰਹੀ ਹੈ, ਪਰ ਅੰਦਰੋਂ ਅੰਦਰ ਹੀ ਇਹ ਵੀ ਤੇ ਸੋਚਦੇ ਹੀ ਹੋਣਗੇ ਨਾ ਵੀ ਅਸੀਂ ਤੇ ਹਾਰ ਗਏ, ਵੀ ਸਾਨੂੰ ਜਿੱਤਣਾ ਚਾਹੀਦਾ ਸੀ। ਉਹ ਕਦੇ ਸੁਖੀ ਨਹੀਂ। ਤੇ ਜਿਹੜਾ ਬੰਦਾ ਜ਼ਿੰਦਗੀ ਦੀ ਬਾਜੀ ਹਾਰ ਕੇ ਜਾਵੇਗਾ, ਕੀ ਉਹ ਸੁਖੀ ਹੋਏਗਾ? ਕਦੇ ਵੀ ਨਹੀਂ। ਫਿਰ ਜ਼ਿੰਦਗੀ ਦੀ ਬਾਜੀ ਹਾਰ ਕੇ ਜਾਣ ਵਾਲਾ ਸੁਖੀ ਨਹੀਂ ਹੈ ਤੇ ਸੁਖੀ ਕੌਣ ਹੈ? ਜਿਹੜਾ ਜਿੱਤ ਕੇ ਜਾ ਰਿਹਾ ਖੁਸ਼ ਹੈ ਉਹ। ਤੇ ਹੁਣ ਜਿੱਤਣਾ ਕਿਵੇਂ ਹੈ? ਰੱਬ ਜੀ ਦੀ ਬੰਦਗੀ, ਉਹਦਾ ਚਿੰਤਨ। ਫਿਰ ਸਾਹਿਬ ਦੇ ਬੋਲ ਚੇਤੇ ਕਰੋ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਜਿਵੇਂ ਇੱਕ ਪੱਕਾ ਰੋਗੀ ਜਿਹਨੂੰ ਬਹੁਤ ਲੰਮਾ ਤੇ ਪੁਰਾਣਾ ਰੋਗ ਲੱਗਾ ਹੋਇਆ, ਉਹ ਤੜਫਦਾ ਹੈ ਕਾਹਦੇ ਵਾਸਤੇ? ਰੋਗ ਕੱਟਿਆ ਜਾਏ। ਉਹ ਆਪਣਾ ਰੋਗ ਕਟਵਾਉਣ ਵਾਸਤੇ ਤੜਫਦਾ, ਤੇ ਜੇ ਉਹਦਾ ਰੋਗ ਕੱਟਿਆ ਜਾਏ ਉਹਦੀ ਖੁਸ਼ੀ ਦਾ ਟਿਕਾਣਾ ਕੋਈ ਨਹੀਂ। ਤੇ ਜੇ ਰੋਗ ਨਾ ਕੱਟਿਆ ਜਾਏ ਫਿਰ ਉਹਦੀ ਤੜਫਣਾ ਦਾ ਟਿਕਾਣਾ ਕੋਈ ਨਹੀਂ। ਤੜਫ ਤੇ ਉਹ ਰਿਹਾ ਹੀ ਹੈ ਰੋਗ ਕਰਕੇ, ਕਦੇ ਕਿਸੇ ਪਾਸੇ ਨੂੰ ਤੜਫਦਾ, ਕਦੇ ਕਿਸੇ ਪਾਸੇ ਨੂੰ ਤੜਫਦਾ। ਇੱਥੋਂ ਤੱਕ ਤੜਫ ਉੱਠਦਾ ਕਿ ਰੱਬ ਅੱਗੇ ਅਰਦਾਸਾਂ ਕਰਦਾ ਫਿਰਦਾ, ਰੱਬਾ ਹੁਣ ਚੱਕ ਲਾ, ਮੌਤ ਆ ਜਾਏ, ਮੈਂ ਹੋਰ ਨਹੀਂ ਤੜਫਣਾ ਚਾਹੁੰਦਾ। ਕਿੰਨਾ ਦੁਖੀ ਹੋਏਗਾ ਉਹ ਇਨਸਾਨ। ਸਤਿਗੁਰੂ ਜੀ ਨੇ ਉਦਾਹਰਨਾਂ ਦਿੱਤੀਆਂ ਨੇ। ਮਾਲਕ ਜੀ ਕਹਿੰਦੇ ਵੀ ਕਦੇ ਪੱਕੇ ਰੋਗੀ ਨੂੰ ਤੜਫਦਾ ਵੇਖੋ, ਉਹ ਰੱਬ ਅੱਗੇ ਅਰਦਾਸਾਂ ਕਰਦਾ ਵੀ ਰੱਬਾ ਮੌਤ ਹੀ ਆ ਜੇ, ਜੇ ਜ਼ਿੰਦਗੀ ਚੰਗੀ ਨਹੀਂ ਤੇ। ਉਹ ਮੌਤ ਨੂੰ ਤੜਫ ਰਿਹਾ, ਤਰਸ ਰਿਹਾ। ਤੇ ਸਤਿਗੁਰੂ ਕਹਿੰਦੇ ਤੇਰੀ ਹਾਲਤ ਜੈ ਤਨ ਬਾਣੀ ਵਿਸਰ ਜਾਏ। ਫਿਰ ਤੇ ਤੇਰੀ ਵੀ ਉਹਦੇ ਵਰਗੀ ਹੈ ਵੀ ਤੂੰ ਮੌਤ ਵੀ ਮੰਗੇਗਾ ਤੇ ਮੌਤ ਵੀ ਨਹੀਂ ਮਿਲਣੀ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇ ਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖੋ, ਇਹਨਾਂ ਵਿੱਚ ਕਦੇ ਕੋਈ ਸੁਖੀ ਹੁੰਦਾ ਵੇਖਿਆ? ਰੋਗ ਕੋਈ ਹੋਵੇ, ਭਾਵੇਂ ਨਿੱਕੇ ਤੋਂ ਨਿੱਕਾ ਕਿਉਂ ਨਾ ਹੋਵੇ, ਬੰਦੇ ਨੂੰ ਦੁਖੀ ਕਰ ਦਿੰਦਾ।
ਬੰਦਾ ਦੁਖੀ ਹੋ ਜਾਂਦਾ ਵੀ ਅੱਜ ਮੈਂ ਰੋਗੀ ਹਾਂ। ਵਿਛੋੜਾ ਭਾਵੇਂ 10 ਮਿੰਟਾਂ ਦਾ, 10 ਪਲਾਂ ਦਾ, 10 ਘੰਟਿਆਂ ਦਾ, 10 ਦਿਨਾਂ ਦਾ, 10 ਸਾਲਾਂ ਦਾ ਕਿਉਂ ਨਾ ਹੋਵੇ, ਬੰਦਾ ਦੁਖੀ ਹੋ ਜਾਂਦਾ। ਤੇ ਜਿੱਥੇ ਜਨਮਾਂ ਦਾ ਵਿਜੋਗ ਲੱਗ ਜੇ, ਵਿਜੋਗ ਵਿਛੋੜਾ, ਹੁਣ ਇਹ ਦੋਵੇਂ ਚੀਜ਼ਾਂ, ਰੋਗੀ ਬੰਦਾ ਵੀ ਦੁਖੀ ਹੈ ਤੇ ਵਿਛੋੜੇ ਵਿੱਚ ਵੀ ਬੰਦਾ ਦੁਖੀ ਹੈ। ਸਤਿਗੁਰੂ ਕਹਿੰਦੇ ਜੇ ਤੈਨੂੰ ਪਰਮੇਸ਼ਵਰ ਭੁੱਲ ਗਿਆ ਤੂੰ ਕਦੇ ਸੁਖੀ ਨਹੀਂ ਹੈ, ਕਿਉਂਕਿ ਤੈਨੂੰ ਰੋਗ ਬਹੁਤ ਲੱਗਣਗੇ। ਜਦੋਂ ਪਰਮੇਸ਼ਵਰ ਭੁੱਲਿਆ ਤੈਨੂੰ ਉਦੋਂ ਰੋਗ ਲੱਗਣਗੇ। ਤੇ ਚੇਤਾ ਰੱਖੀ, ਜੇ ਰੱਬ ਜੀ ਤੋਂ ਵੇਮੁਖ ਹੋ ਗਿਆ ਨਾ ਤੇ ਜਨਮਾਂਤਰਾਂ ਦੇ ਵਿਜੋਗ ਲੱਗਣਗੇ। ਤੂੰ ਸੁਖੀ ਕਿਵੇਂ ਹੋਏਗਾ? ਅੱਜ ਦਾ ਪਾਵਨ ਬਚਨ, ਇੱਕ ਤਿਲ ਪਿਆਰਾ ਵਿਸਰੈ, ਸਿਰਫ ਇੱਕ ਥੋੜੇ ਸਮੇਂ ਵਾਸਤੇ ਵੀ ਜੇ ਕਿਤੇ ਸਾਹਿਬ ਕਹਿੰਦੇ ਪਿਆਰਾ ਵਿਸਰ ਜਾਏ ਨਾ ਤੇ ਜ਼ਿੰਦਗੀ ਪਲਟ ਜਾਂਦੀ ਹੈ। ਦੁੱਖ ਲੱਗੈ ਸੁਖ ਜਾਏ। ਇੱਕ ਤਿਲ ਮਾਤਰ ਸਮੇਂ ਵਿੱਚ ਵੀ ਭਾਵੇਂ ਅਸੀਂ ਬਹੁਤ ਸੁੱਖਾਂ ਭਰੀ ਜ਼ਿੰਦਗੀ ਕਿਉਂ ਨਾ ਜਿਉਂਦੇ ਹੋਈਏ, ਜੇ ਇੱਕ ਤਿਲ ਮਾਤਰ ਸਮੇਂ ਵਾਸਤੇ ਵੀ ਪਿਆਰਾ ਵਿਸਰ ਗਿਆ, ਦੁੱਖ ਲੱਗੈ ਸੁਖ ਜਾਏ। ਦੁੱਖ ਆ ਲੱਗ ਜਾਂਦੇ ਨੇ, ਸੁਖ ਜ਼ਿੰਦਗੀ ਚੋਂ ਚਲੇ ਜਾਂਦੇ। ਕਿਉਂਕਿ ਜਿਹੜੇ ਰੱਬ ਜੀ ਨਾਲ ਜੁੜੇ ਨੇ, ਰੱਬ ਜੀ ਨਾਲ ਜਿਨ੍ਹਾਂ ਪ੍ਰੇਮ ਬਣਾ ਲਿਆ, ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਜੀ ਵਸ ਗਏ, ਉਹਨਾਂ ਨੂੰ ਤੇ ਇੱਕ ਪਲ ਮਾਤਰ ਸਮੇਂ ਵਾਸਤੇ ਭੁੱਲਣਾ ਵੀ ਮੌਤ ਨਜ਼ਰੀ ਪੈਂਦੀ ਹੈ। ਤੇ ਇੱਕ ਇੱਕ ਪਲ ਉਹਨੂੰ ਚੇਤੇ ਕਰਨਾ ਜ਼ਿੰਦਗੀ ਦਿਸਦੀ ਹੈ। ਤੇ ਖਿਆਲ ਰੱਖੋ, ਜਿਨ੍ਹਾਂ ਨੂੰ ਮੌਤ ਨਜ਼ਰੀ ਪੈਂਦੀ ਹੋਵੇ ਉਹ ਕਦੇ ਸੁਖੀ ਨਹੀਂ ਹੋਏ, ਉਹ ਭਾਵੇਂ ਇੱਕ ਮਾਤਰ ਸਮੇਂ ਵਾਸਤੇ ਹੀ ਕਿਉਂ ਨਾ ਹੋਵੇ, ਉਹਨਾਂ ਦੁਖੀ ਹੋ ਜਾਂਦਾ। ਤੇ ਰੱਬ ਦੇ ਪਿਆਰੇ ਉਹਨੂੰ ਭੁੱਲਣ ਵਿੱਚ ਮੌਤ ਸਮਝਦੇ, ਉਹਨੂੰ ਵਿਸਰ ਜਾਣ ਵਿੱਚ ਮੌਤ ਨਜ਼ਰੀ ਪੈਂਦੀ ਹੈ। ਇਸ ਕਰਕੇ ਉਹਨਾਂ ਦੀ ਕੋਸ਼ਿਸ਼ ਕੀ ਹੁੰਦੀ ਕਿ ਰੱਬ ਜੀ ਦੀ ਯਾਦ ਹਿਰਦੇ ਵਿੱਚ ਬਣੀ ਰਵੇ, ਰੱਬ ਜੀ ਦਾ ਚਿੰਤਨ ਹਿਰਦੇ ਵਿੱਚ ਬਣਿਆ ਰਹੇ। ਤੇ ਮੇਰੇ ਮਾਲਕ ਕਹਿੰਦੇ ਇੱਕ ਤਿਲ ਪਿਆਰਾ ਵਿਸਰੈ, ਦੁੱਖ ਲੱਗੈ ਸੁਖ ਜਾਏ। ਫਿਰ ਅਗਲੀ ਪੰਕਤੀ ਹੋਰ ਬੜੀ ਪਿਆਰੀ ਸਾਹਿਬ ਨੇ ਦਿੱਤੀ, ਕਹਿੰਦੇ ਜਿਹਵਾ ਜਲੋ ਜਲਾਵਣੀ, ਨਾਮ ਨਾ ਜਪੈ ਰਸਾਏ। ਹੇ ਸੜ ਜਾਣੀਏ ਜਵਾਨੇ, ਤੂੰ ਸੜ ਜਾ ਜੇ ਕਿਤੇ ਤੈਨੂੰ ਰੱਬ ਚੇਤੇ ਨਹੀਂ ਆਉਂਦਾ। ਤੇ ਜਲਾਵਣੀ ਮਤਲਬ ਸੜ ਜਾਣੀ, ਜਲ ਜਾਣੀ। ਹੇ ਜਲ ਜਾਣੀਏ, ਜਲ ਜਾ ਮਤਲਬ ਸੜ ਜਾਣੀਏ, ਤੂੰ ਸੜ ਜਾ। ਕਿਹਨੂੰ ਕਿਹਾ? ਜਿਹਵਾ। ਨਾਮ ਨਾ ਜਪੈ ਰਸਾਏ, ਤੂੰ ਰਸ ਲੈ ਕੇ ਨਾਮ ਨਹੀਂ ਨਾ ਜਪਦੀ ਤੇ ਤੂੰ ਸੜਨ ਵਾਲੀ ਹੈ। ਇਸੇ ਕਰਕੇ ਤੇ ਮਾਲਕ ਜੀ ਜ਼ਿਕਰ ਕਰਦੇ ਆਖਦੇ, ਰੇ ਜਿਹਬਾ ਕਰੋ ਸਤ ਖੰਡ। ਹੇ ਮੇਰੀ ਇਹ ਜ਼ੁਬਾਨੇ, ਮੈਂ ਤੈਨੂੰ 100 ਟੁਕੜਿਆਂ ਚ ਵੰਡ ਦਿਆਂ। ਜਾਮ ਨਾ ਉਚਰਸ ਸ੍ਰੀ ਗੋਬਿੰਦ, ਜੇ ਤੂੰ ਸ੍ਰੀ ਗੋਬਿੰਦ ਨੂੰ ਨਹੀਂ ਨਾ ਉਚਰ ਸਕਦੀ ਤੇ ਫਿਰ ਮੈਂ ਤੇਰੇ 100 ਟੁਕੜੇ ਕਰਤੇ ਆ। ਤੇ ਜਿਹਨੂੰ ਸਤਿਗੁਰੂ ਅਰਜਨ ਸਾਹਿਬ ਕਹਿੰਦੇ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋ ਦਿਨ ਘਟੀਐ। ਦੋਵੇਂ ਚੀਜ਼ਾਂ, ਜੇ ਵਿਸਰਦਾ ਤੇ ਦਿਨੋਂ ਦਿਨ ਮੌਤ ਨਜ਼ਰੀ ਪੈ ਰਹੀ ਹੈ। ਜੇ ਜੀਵਾਂ ਨੂੰ ਚੇਤੇ ਨਾ ਆਵੇ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਤੇ ਤਿਲ ਤਿਲ ਕਰਕੇ ਕੱਟਦੇ ਆ ਇਹਨੂੰ। ਅਕਸਰ ਜੀਵਨ ਹੈ, ਆਖਰਕਾਰ ਜ਼ਿੰਦਗੀ ਹੈ, ਰੱਬ ਸੁੱਖਾਂ ਦਾ ਖਜ਼ਾਨਾ ਹੈ ਪਰਮੇਸ਼ਵਰ। ਤੇ ਜਿਹਨੂੰ ਉਹੀ ਭੁੱਲ ਜਾਏ, ਉਹਦੀ ਜ਼ਿੰਦਗੀ 'ਚ ਸੁੱਖ ਕਿੱਥੇ, ਆਨੰਦ ਕਿੱਥੇ, ਪ੍ਰਸੰਨਤਾ ਕਿੱਥੇ। ਤੇ ਉਹ ਜੀਹਬਾ ਨੂੰ ਕੀ ਕਰਨਾ ਜਿਹੜੀ ਜਿਹਬਾ ਜਪ ਹੀ ਨਾ ਸਕੀ, ਜਪ ਹੀ ਨਾ ਸਕੀ, ਰਸ ਹੀ ਨਾ ਮਾਣ ਸਕੀ। ਸਤਿਗੁਰੂ ਕਹਿੰਦੇ ਜਿਹਬਾ ਜਲੋ ਜਲਾਵਣੀ, ਨਾਮ ਨਾ ਜਪੈ ਰਸਾਏ, ਘਟ ਬਿਨਸੈ ਦੁਖ ਅਗਲੋ।
ਜਮ ਪਕੜੈ ਪਛੁਤਾਏ। ਫਿਰ ਕਹਿੰਦੇ ਅੱਜ ਤੇ ਤੈਨੂੰ ਰੱਬ ਭੁੱਲਿਆ ਨਾ, ਤੇ ਤੂੰ ਭੁੱਲ ਕੇ ਜਿਉਂਦਾ ਫਿਰਦਾ। ਅੱਜ ਤੇਰੀ ਜ਼ੁਬਾਨ ਨੂੰ ਰਸ ਲੈਣਾ ਨਹੀਂ ਨਾ ਆਇਆ ਤੇ ਤੂੰ ਜਿਉਂਦਾ ਫਿਰਨਾ। ਪਰ ਚੇਤਾ ਰੱਖੀ ਸਾਹਿਬ ਕਹਿੰਦੇ ਘਟ ਬਿਨਸੈ। ਘਟ ਮਤਲਬ ਘੜਾ, ਘਰ। ਜਿੱਦਣ ਬਿਨਸ ਗਿਆ, ਬਿਨਸਣਾ ਮਤਲਬ ਖਤਮ ਹੋਣਾ, ਦੁੱਖ ਅਗਲੋ ਉਦਣ ਬੜਾ ਦੁਖੀ ਹੋਏਗਾ ਤੂੰ। ਅਗਲੋ ਮਤਲਬ ਬਹੁਤ ਜ਼ਿਆਦਾ। ਜਮ ਪਕੜੈ, ਕਿਉਂਕਿ ਤੈਨੂੰ ਮੌਤ ਨੇ ਫੜ ਲੈਣਾ। ਫਿਰ ਪਛਤਾਏ, ਫਿਰ ਤੂੰ ਪਛਤਾਏਗਾ। ਅੱਜ ਸਮਾਂ ਹੈ, ਤੈਨੂੰ ਕਦਰ ਨਹੀਂ। ਕੱਲ ਨੂੰ ਸਮਾਂ ਨਹੀਂ ਹੋਏਗਾ, ਤੈਨੂੰ ਕਦਰ ਪਏਗੀ, ਪਰ ਉਦੋਂ ਪਛਤਾਵਾ ਹੋਏਗਾ। ਇਹੀ ਹਾਲਤ ਹੈ ਨਾ। ਸਮਾਂ ਗੁਜ਼ਰ ਜਾਣ ਤੋਂ ਬਾਅਦ ਵਿੱਚ ਮਨੁੱਖ ਨੂੰ ਕਦਰ ਆਉਂਦੀ ਹੈ, ਪਰ ਉਦੋਂ ਪਛਤਾਵਾ ਰਹਿ ਜਾਂਦਾ। ਜਦੋਂ ਕੋਲੇ ਸਮਾਂ ਹੁੰਦਾ ਹੈ ਉਦੋਂ ਕਦਰ ਨਹੀਂ ਹੁੰਦੀ। ਉਦੋਂ ਬੰਦਾ ਹਾਸੇ ਠੱਠੇ ਦੇ ਵਿੱਚ ਹੀ ਗੁਜ਼ਾਰ ਦਿੰਦਾ। ਪਰ ਨਹੀਂ, ਸਤਿਗੁਰੂ ਕਹਿੰਦੇ ਉਹਨੂੰ ਭੁੱਲ ਨਾ, ਉਹਨੂੰ ਚੇਤੇ ਰੱਖ, ਤਾਂ ਜੋ ਜਿਸ ਦਿਨ ਜੰਮ ਆ ਕੇ ਪਕੜਨ, ਮਤਲਬ ਮੌਤ ਆਵੇ, ਜਿੱਦਣ ਮੌਤ ਆਵੇ। ਇੱਕ ਗੱਲ ਤੇ ਪੱਕੀ ਹੈ ਨਾ, ਕੋਈ ਰੱਬ ਨਾਲੋਂ ਟੁੱਟਿਆ ਤੇ ਕੋਈ ਜੁੜਿਆ, ਮੌਤ ਤੇ ਦੋਵਾਂ ਨੂੰ ਆਉਣੀ। ਪਰ ਇੱਕ ਕੋਲ ਜਦੋਂ ਮੌਤ ਨਹੀਂ ਆਉਣਾ ਉਹਨੇ ਖੁਸ਼ ਹੋਣਾ, ਔਰ ਇੱਕ ਕੋਲ ਜਦੋਂ ਮੌਤ ਨਹੀਂ ਆਉਣਾ ਉਹਨੇ ਪਛਤਾਉਣਾ ਹੈ। ਇੱਕ ਨੂੰ ਪਤਾ ਵੀ ਆਪਾਂ ਲਾਹਾ ਖੱਟ ਕੇ ਚੱਲੇ ਆ ਭਾਈ, ਚਿੰਤਾ ਹੀ ਕੋਈ ਨਹੀਂ, ਸਾਹਿਬ ਦੇ ਦਰ ਤੇ ਜਾ ਕੇ ਮਾਣ ਪਾਵਾਂਗੇ। ਇੱਕ ਨੂੰ ਚਿੰਤਾ ਇਹ ਹੈ ਵੀ ਸਾਹਿਬ ਦੇ ਦਰ ਤੇ ਜਾਵਾਂਗੇ ਤੇ ਮੂੰਹ ਕੀ ਵਿਖਾਵਾਂਗੇ, ਖੱਟਿਆ ਤੇ ਕੁਛ ਵੀ ਨਹੀਂ। ਪਛਤਾਵਾ ਇਹੀ ਹੈ ਨਾ, ਇਸੇ ਗੱਲ ਦਾ ਹੀ ਪਛਤਾਵਾ ਹੈ। ਇੱਕ ਨੂੰ ਚਿੰਤਾ ਹੈ ਕਿ ਮੈਂ ਨਾ ਖੱਟਿਆ ਕੁਛ, ਨਾ ਕਮਾਇਆ, ਨਾ ਰੱਖ ਸਕਿਆ, ਵੀ ਮੂਲ ਵੀ ਗਵਾ ਲਿਆ। ਉਹਨੂੰ ਇਸ ਗੱਲ ਦੀ ਚਿੰਤਾ ਹੈ, ਉੱਥੇ ਜਾ ਕੇ ਮੂੰਹ ਕੀ ਵਿਖਾਉਣਾ, ਉੱਥੇ ਜਾ ਕੇ ਆਖਾਂਗਾ ਕੀ। ਤੇ ਇੱਕ ਨੂੰ ਪਰਵਾਹ ਹੀ ਕੋਈ ਨਹੀਂ, ਉਹ ਕਹਿੰਦਾ ਅੱਜ ਆ ਜੇ ਕੱਲ ਆ ਜੇ, ਚਿੰਤਾ ਹੀ ਕੋਈ ਨਹੀਂ, ਜਾਣਾ ਤੇ ਮਾਲਕ ਦੇ ਦਰ ਤੇ ਹੈ। ਆਪਾਂ ਨੂੰ ਪਰਵਾਹ ਕੋਈ ਨਹੀਂ, ਆਪਾਂ ਲਾਹਾ ਖੱਟਿਆ। ਉਹ ਤੇ ਹਾਲਤ ਨਾ ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤ ਗਾਮ। ਉਹ ਤੇ ਤੇਰੀ ਕੀਰਤੀ ਗਾਉਂਦੇ ਸੰਸਾਰ ਤੇ ਵੀ ਸ਼ੋਭਦੇ ਨੇ। ਤੇ ਜਿਸ ਦਿਨ ਤੇਰੇ ਦਰ ਤੇ ਜਾਣ ਦੀ ਬਾਤ ਆਵੇ, ਉਦਣ ਮਾਲਕ ਕੀ ਕਹਿੰਦੇ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਤੇ ਇੱਕ ਪਾਸੇ ਜਿਹੜਾ ਦੁਨੀਆਦਾਰ ਬਣ ਕੇ ਜ਼ਿੰਦਗੀ ਗੁਜ਼ਾਰ ਰਿਹਾ, ਜਿਹੜਾ ਜੀਵਨ ਰੱਬ ਜੀ ਤੋਂ ਵਿਸਰ ਕੇ ਗੁਜ਼ਾਰ ਰਿਹਾ, ਉਹ ਤੇ ਜਾਣਾ ਨਹੀਂ ਚਾਹੁੰਦਾ, ਉਹਨੂੰ ਫੜ ਕੇ ਲਿਜਾਇਆ ਜਾਂਦਾ। ਇਸ ਤਰੀਕੇ ਨਾਲ ਸਤਿਗੁਰੂ ਜੀ ਪੰਜਵੇਂ ਪਦੇ ਦੇ ਵਿੱਚ ਜ਼ਿਕਰ ਕਰਦੇ ਆ, ਸਾਨੂੰ ਸਮਝਾਉਂਦੇ, ਕਹਿੰਦੇ ਉਹ ਰੱਬ ਜੀ ਨੂੰ ਭੁੱਲ ਜਾਣਾ। ਇੱਕ ਭਾਵੇਂ ਰਤਾ ਮਾਤਰ ਸਮੇਂ ਵਾਸਤੇ ਬੰਦਾ ਕਿਉਂ ਨਾ ਭੁੱਲੇ, ਉਸੇ ਵਕਤ ਜ਼ਿੰਦਗੀ ਦਾ ਤਖਤਾ ਪਲਟ ਜਾਂਦਾ। ਜ਼ਿੰਦਗੀਆਂ ਪਲਟਣ ਲੱਗੀਆਂ, ਜ਼ਿੰਦਗੀਆਂ ਕਰਵਟ ਲੈਣ ਲੱਗੀਆਂ ਸਦੀਆਂ ਨਹੀਂ ਲਾਉਂਦੀਆਂ। ਜ਼ਿੰਦਗੀ ਕਰਵਟ ਲੈਣ ਲੱਗਿਆਂ ਸਿਰਫ ਇੱਕ ਪਲ ਲਾਉਂਦੀ ਹੈ, ਬਦਲ ਜਾਂਦੀ ਜ਼ਿੰਦਗੀ। ਇੱਕ ਅੱਖ ਝਮਕਣ ਜਿੰਨੇ ਸਮੇਂ ਵਿੱਚ ਇਨਸਾਨ ਫਰਸ਼ ਤੋਂ ਅਰਸ਼ ਤੇ ਪਹੁੰਚ ਜਾਂਦਾ, ਤੇ ਅਰਸ਼ਾਂ ਵਿੱਚ ਬੈਠੇ ਫਰਸ਼ਾਂ ਤੇ ਡਿੱਗ ਪੈਂਦੇ। ਸਦੀਆਂ ਨਹੀਂ ਲੱਗਦੀਆਂ, ਸਾਲਾਂ ਬੱਧੀ ਟਾਈਮ ਨਹੀਂ ਲੱਗਦਾ, ਮਹੀਨਿਆਂ ਬੱਧੀ ਸਮਾਂ ਨਹੀਂ ਲੱਗਦਾ, ਘੰਟਿਆਂ ਬੱਧੀ ਸਮਾਂ ਨਹੀਂ ਲੱਗਦਾ, ਬਸ ਅੱਖ ਝਮਕਣ ਜਿੰਨਾ ਸਮਾਂ ਹੀ ਕਾਫੀ ਹੈ। ਤਖਤੇ ਪਲਟ ਜਾਂਦੇ। ਇਸੇ ਕਰਕੇ ਰੱਬ ਦੇ ਪਿਆਰਿਆਂ ਦਾ ਇਹ ਜੀਵਨ ਹੈ। ਉਹ ਕਹਿੰਦੇ ਇੱਕ ਤਿਲ ਮਾਤਰ ਸਮਾਂ ਵੀ ਭੁੱਲਣਾ ਮਤਲਬ ਮੌਤ। ਜ਼ਿੰਦਗੀ ਦਾ ਤਖਤਾ ਪਲਟ ਜਾਂਦਾ ਹੈ। ਇਸ ਲਈ ਹਮੇਸ਼ਾ ਅਕਾਲ ਪੁਰਖ ਪਰਮੇਸ਼ਵਰ ਜੀ ਦੀ ਯਾਦ
ਹਿਰਦਿਆਂ ਵਿੱਚ ਬਣੀ ਰਹੇ। ਮੇਰੀ ਮੇਰੀ ਕਰ ਗਏ ਤਨ ਧਨ ਕਲਤਨਾ ਸਾਥ, ਬਿਨ ਨਾਵੇ ਧੰਨਵਾਦ ਹੈ ਭੁੱਲੋ ਮਾਰਗ ਆਥ। ਸੱਚ ਸਾਹਿਬ ਸੇਵੀਐ ਗੁਰਮੁਖ ਅਕਥੋ ਕਾਥ। ਫਿਰ ਅਗਲੇ ਪਦੇ 'ਚ ਜ਼ਿਕਰ ਕੀਤਾ ਬੰਦਾ ਜ਼ਿੰਦਗੀ ਜਿਉਂਦਾ ਮੇਰੀ ਤੋਂ ਬਿਨਾਂ ਨਹੀਂ ਜਿਉਂਦਾ। ਸਾਰੀਆਂ ਵਸਤੂਆਂ ਇੱਕ ਪਾਸੇ ਰੱਖ ਦੋ, ਸਭ ਤੋਂ ਪਹਿਲਾਂ ਬੰਦੇ ਦੀ ਜ਼ੁਬਾਨ ਤੇ ਇੱਕੋ ਹੀ ਗੱਲ, ਮੇਰੀ ਜ਼ਿੰਦਗੀ ਹੈ ਤੇ ਮਰਜ਼ੀ ਵੀ ਮੇਰੀ ਹੈ। ਇਹਨੂੰ ਹੀ ਨਹੀਂ ਛੱਡ ਸਕਿਆ। ਫਿਰ ਵਸਤੂਆਂ ਵਾਲੇ ਪਾਸੇ ਆ ਜਾਓ। ਬਚਪਨ ਤੋਂ ਹੀ, ਬਚਪਨ ਤੋਂ ਸ਼ੁਰੂਆਤ ਹੋਈ, ਮੇਰੀ ਮਾਂ ਹੈ। ਨਿੱਕੇ ਨਿੱਕੇ ਬੱਚਿਆਂ ਨੂੰ ਜਦੋਂ ਖਿਡਾਉਂਦੇ ਚੜਾਉਂਦੇ ਨਾ, ਤੇ ਕੋਈ ਦੂਜਾ ਮਨੁੱਖ ਆ ਕੇ ਉਹਦੇ ਕੋਲ ਆ ਕੇ ਕਹਿੰਦਾ ਵੀ ਆ ਮੇਰੀ ਮਾਤਾ, ਉਹ ਅੱਗੋਂ ਰੋ ਪੈਂਦਾ, ਕੁਰਲਾਉਂਦਾ ਵੀ ਨਹੀਂ ਮੇਰੀ ਮਾਂ ਏ। ਉਹ ਫਿਰ ਆ ਕੇ ਆਪਣੀ ਮਾਤਾ ਦੀ ਗੋਦ 'ਚ ਬਹਿੰਦਾ ਵੀ ਨਹੀਂ ਮੇਰੀ ਮਾਂ, ਨਾਲੇ ਫਿਰ ਮਾਂ ਨੂੰ ਪੁੱਛਦਾ ਵੀ ਤੂੰ ਮੇਰੀ ਹੈ ਨਾ। ਮੇਰੀ ਮੇਰੀ ਤੁਰੀ ਕਿੱਥੋਂ? ਬਚਪਨ ਤੋਂ ਹੀ। ਫਿਰ ਪਿਤਾ ਮੇਰਾ, ਉਦੋਂ ਅਗਾਂਹ ਖਿਡੌਣੇ ਮੇਰੇ ਨੇ। ਕਿਵੇਂ ਛੱਡਦੇ ਆ? ਖਿਡੌਣਿਆਂ ਤੋਂ ਅਗਾਂਹ ਤੁਰ ਪਿਆ। ਮੇਰਾ ਬੈਗ ਮੇਰੀਆਂ ਕਿਤਾਬਾਂ ਨੇ। ਮੈਂ ਮੇਰੀ ਕਿੱਥੋਂ ਤੱਕ ਇਨਸਾਨ ਵਿੱਚ ਭਰੀ ਪਈ। ਪੈਨ ਮੇਰਾ, ਪੈਨਸਲ ਮੇਰੀ, ਘਰ ਮੇਰਾ, ਵਹੀਕਲ ਮੇਰਾ, ਹਰ ਚੀਜ਼ ਉੱਤੇ ਮੈਂ ਮੇਰੀ ਦੀ ਮੋਹਰ ਹੈ। ਆਪਣੱਤ ਦਾ ਦਾਵਾ, ਠੀਕ ਹੈ, ਅਸੀਂ ਇਹ ਕਹਿ ਸਕਦੇ ਹਾਂ ਕਿ ਦੂਸਰੇ ਮਨੁੱਖ ਨੂੰ ਦੱਸਣ ਵਾਸਤੇ ਅਸੀਂ ਮੈਂ ਔਰ ਮੇਰੀ ਦਾ ਦਾਵਾ ਕੀਤਾ। ਪਰ ਮੈਂ ਔਰ ਮੇਰੀ ਦਾ ਦਾਵਾ ਕਰਦਿਆਂ ਅਸੀਂ ਇਹ ਕਿਉਂ ਭੁੱਲ ਜਾਂਦੇ ਆ ਕਿ ਦੇਣ ਵਾਲਾ ਦਾਤਾ ਹੈ। ਤੇ ਜੇ ਉਹ ਦੇ ਸਕਦਾ ਸਾਨੂੰ ਵਰਤਣ ਕਿਉਂਕਿ ਉਹ ਵਰਤਣ ਵਾਸਤੇ ਦੇ ਰਿਹਾ, ਦਾਅਵੇ ਵਾਸਤੇ ਨਹੀਂ ਦੇ ਰਿਹਾ। ਅਸੀਂ ਦੂਜਿਆਂ ਨੂੰ ਦੱਸਦੇ ਨਾ ਉਹਦੇ ਦਾਅਵੇਦਾਰ ਬਣ ਜਾਂਦੇ ਆ। ਬਸ ਜਦੋਂ ਦਾਅਵੇਦਾਰ ਬਣ ਜਾਂਦੇ ਆ ਫਿਰ ਕੀ ਹੁੰਦਾ? ਜਿਸ ਦਿਨ ਦੇਣ ਵਾਲਾ ਦਾਤਾ ਵਾਪਸ ਲੈ ਜਾਂਦਾ ਉਸ ਦਿਨ ਅਸੀਂ ਕੁਰਲਾ ਉੱਠਦੇ ਆ। ਉਹ ਸਾਡਾ ਦਾਵਾ ਹੀ ਸਾਡੇ ਦੁੱਖਾਂ ਦਾ ਕਾਰਨ ਬਣ ਜਾਂਦਾ। ਇੱਕ ਚੀਜ਼ ਵਰਤਣ ਵਾਸਤੇ ਸਾਡੇ ਕੋਲ ਹੈ, ਜਾਂ ਅਸੀਂ ਕਿਸੇ ਕੋਲੋਂ ਮੰਗ ਕੇ ਲੈ ਆਏ, ਸਾਨੂੰ ਪਤਾ ਹੈ ਵੀ ਇਹ ਸਾਡੀ ਨਹੀਂ ਹੈ, ਅਸੀਂ ਮੰਗ ਕੇ ਲਿਆਂਦੀ, ਵਰਤਣ ਵਾਸਤੇ ਲਿਆਂਦੀ ਹੈ। ਇਹ ਵੀ ਕਹਿ ਸਕਦੇ ਹਾਂ ਕਿ ਅਗਲੇ ਨੇ ਸਾਨੂੰ ਇਹ ਕਿਹਾ ਹੋਵੇ ਵੀ ਸੱਜਣਾ ਜਿੰਨਾ ਚਿਰ ਵਰਤਣੀ ਹੈ ਤੂੰ ਵਸਤੂ ਵਰਤ ਲਾ, ਪਰਵਾਹ ਹੀ ਕੋਈ ਨਹੀਂ, ਚਿੰਤਾ ਨਾ ਕਰ। ਸਾਨੂੰ ਇਹ ਵੀ ਪਤਾ ਵੀ ਦੇਣ ਵਾਲਾ ਉਹ ਹੀ ਹੈ। ਉਹਨੇ ਮੰਗਣੀ ਨਹੀਂ ਸਾਡੇ ਕੋਲੋਂ ਵਾਪਸ, ਉਹਨੇ ਦੇਤੀ ਵੀ ਵਰਤੀ, ਚੱਲ ਕੋਈ ਗੱਲ ਨਹੀਂ। ਅਸੀਂ ਆਪਣੱਤ ਦਾ ਦਾਵਾ ਨਹੀਂ ਕੀਤਾ। ਉਹਨੇ ਜਿੱਦਣ ਆ ਕੇ ਵਸਤੂ ਮੰਗਣੀ ਅਸੀਂ ਕਹਿਣਾ ਵੀ ਲੈ ਸੱਜਣਾ ਲੈ ਜਾ, ਤੇਰੀ ਹੋਈ ਹੈ। ਦੁਖੀ ਹੋਵਾਂਗੇ, ਰੋਵਾਂਗੇ, ਕੁਰਲਾਵਾਂਗੇ, ਵਿਰਲਾਪ ਕਰਾਂ, ਕੁਛ ਨਹੀਂ ਕਰਨਾ। ਅਸੀਂ ਤੇ ਖੁਸ਼ੀ ਖੁਸ਼ੀ ਕਹਿਣਾ ਵੀ ਸੱਜਣਾ ਲੈ ਜਾ, ਤੂੰ ਇੰਨਾ ਚਿਰ ਆ ਵਸਤੂ ਸਾਨੂੰ ਵਰਤਨ ਨੂੰ ਦਿੱਤੀ, ਤੇਰਾ ਧੰਨਵਾਦ। ਸਗੋਂ ਅਸੀਂ ਉਹ ਥੈਂਕਫੁਲ ਹੋ ਕੇ ਉਹਨੂੰ ਵਸਤੂ ਵਾਪਸ ਕਰਾਂਗੇ। ਕੋਈ ਦੁੱਖ ਨਹੀਂ। ਰੱਬ ਸਾਨੂੰ ਕੀ ਦੇ ਰਿਹਾ? ਵਰਤਣ ਵਾਸਤੇ ਹੀ ਦੇ ਰਿਹਾ। ਅਸੀਂ ਕੀ ਕਰ ਲਿਆ?
ਦਾਵਾ। ਪਰ ਜਿੱਦਣ ਉਹ ਮੰਗਣ ਆ ਜਾਂਦਾ ਉਦਣ ਅਸੀਂ ਲਿਟਣ ਲੱਗ ਜਾਂਦੇ ਫਿਰ ਵੀ ਨਹੀਂ, ਤੁਸੀਂ ਕਿਵੇਂ ਲੈ ਜਾਓਗੇ, ਅਸੀਂ ਨਹੀਂ ਵਾਪਸ ਕਰਨੀ ਵਸਤੂ। ਫਿਰ ਫੜ ਫੜ ਕੇ ਬੰਦਾ ਰੋਕਦਾ ਹੈ ਵੀ ਨਹੀਂ, ਜਾਣ ਨਹੀਂ ਦੇਣਾ ਇਹਨੂੰ, ਫੜ ਫੜ। ਕਿਸੇ ਵਸਤੂ ਦੀ ਬਾਤ ਛੱਡੋ, ਮਨੁੱਖ ਦੀ ਹੀ ਕਰ ਲਓ। ਜਿਹੜਾ ਮਨੁੱਖ ਰੱਬ ਜੀ ਨੇ ਸਾਥ ਦੇਣ ਵਾਸਤੇ ਦਿੱਤਾ ਸੀ ਨਾ, ਜਿੰਨਾ ਚਿਰ ਉਹਨੇ ਸਾਥ ਦੇਣ ਨੂੰ ਛੱਡਿਆ ਸਾਡੇ ਨਾਲ, ਉਹਨੇ ਸਾਥ ਦਿੱਤਾ। ਜਿੱਦਣ ਉਹਨੇ ਵਾਪਸ ਸੱਦ ਲਿਆ ਉਦਣ ਅਸੀਂ ਬਾਹੋਂ ਫੜ ਫੜ ਹਲਾਈਦਾ ਵੀ ਉੱਠ, ਉੱਠ ਪੈਂਦਾ। ਉਹਨੂੰ ਬਾਹੋਂ ਫੜ ਫੜ ਕੇ ਉਠਾਉਣਾ ਤੇ ਹਿਲਾਉਣਾ ਕਿਸ ਗੱਲ ਦਾ ਪ੍ਰਤੀਕ, ਵੀ ਅਸੀਂ ਜਾਣ ਨਹੀਂ ਦੇਣਾ ਹੈ। ਉੱਥੇ ਵਿਰਲਾਪ ਕਰਨਾ, ਉੱਥੇ ਕੁਰਲਾਉਣਾ, ਉੱਥੇ ਤੜਫਣਾ ਕਿਸ ਗੱਲ ਦਾ ਪ੍ਰਤੀਕ ਹੈ? ਦਾਅਵੇ ਕਰਕੇ ਅਸੀਂ ਦੁਖੀ ਆ। ਜੇ ਸਾਨੂੰ ਪਤਾ ਹੁੰਦਾ ਵੀ ਰੱਬ ਨੇ ਸਾਥੀ ਬਣਾਇਆ ਸੀ, ਰੱਬ ਨੇ ਸਾਨੂੰ ਇਹ ਇਨਸਾਨ ਸਾਡਾ ਸਾਥੀ, ਸਾਡਾ ਸਹਾਇਕ ਬਣਾ ਕੇ ਭੇਜਿਆ ਸੀ, ਉਹਨੇ ਜਿੰਨਾ ਚਿਰ ਸਾਨੂੰ ਇੰਨੀ ਜ਼ਿੰਮੇਵਾਰੀ ਲਾਈ, ਉਹਦੀ ਜ਼ਿੰਮੇਵਾਰੀ ਅਨੁਸਾਰੀ ਉਹਨੇ ਸਾਡਾ ਸਾਥ ਨਿਭਾਇਆ। ਰੱਬ ਜੀ ਨੇ ਉਹਨੂੰ ਆਵਾਜ਼ ਮਾਰ ਲਈ, ਰੱਬ ਜੀ ਉਹਨੂੰ ਲੈ ਗਏ। ਜੇ ਰੱਬ ਜੀ ਉਹਨੂੰ ਲੈ ਗਏ, ਇੰਨਾ ਕਿਤੇ ਭਰੋਸਾ ਰੱਖੀਏ ਵੀ ਹੁਣ ਸਹਾਇਕ ਸਾਡਾ ਦੂਜਾ ਵੀ ਬਣਾਏਗਾ ਉਹ। ਹਾਂ, ਇਹ ਹੋ ਸਕਦਾ ਹੈ ਕਿ ਉਸ ਰਿਸ਼ਤੇ ਰੂਪ ਵਿੱਚ ਸਹਾਇਕ ਨਾ ਬਣੇ, ਪਰ ਦੂਜੇ ਰਿਸ਼ਤੇ ਰੂਪ ਵਿੱਚ ਤੇ ਕੋਈ ਸਹਾਇਕ ਬਣ ਹੀ ਜਾਏਗਾ ਨਾ। ਪਰਮੇਸ਼ਵਰ ਹੈ ਉਹ, ਇਹ ਕਿਵੇਂ ਹੋ ਸਕਦਾ ਵੀ ਸਾਨੂੰ ਬੇਸਹਾਰਾ ਛੱਡੇਗਾ? ਜੇ ਬਾਕੀ ਸਹਾਰੇ ਚਲੇ ਵੀ ਜਾਣ, ਇੰਨਾ ਕੁ ਤੇ ਭਰੋਸਾ ਰੱਖੀਏ ਵੀ ਰੱਬ ਅਜੇ ਆਸਰਾ ਦੇ ਕੇ ਸਾਨੂੰ ਰੱਖੀ ਬੈਠਾ ਹੈ, ਤੇ ਜਿੰਨਾ ਚਿਰ ਉਹਦਾ ਆਸਰਾ ਹੈ ਉਹਨਾਂ ਚਿਰ ਦੂਜੇ ਦੀ ਚਿੰਤਾ ਕੋਈ ਨਹੀਂ। ਇਹੋ ਕਾਰਨ ਵੇਖੋ, ਬਾਬਾ ਰਵਿਦਾਸ ਜੀ ਨੂੰ ਆਪਾਂ ਪੜ੍ਹਦੇ, ਜਿੱਥੇ ਉਹ ਆਖਦੇ ਜਬ ਕਛ ਪਾਵੈ ਤਬ ਗਰਭ ਕਰਤ ਹੈ, ਆਕੜ ਜਾਂਦਾ ਕਿ ਨਹੀਂ? ਮਾਇਆ ਗਈ ਤਬ ਰੋਵਣ ਲਗਤ ਹੈ। ਸਮਾਜਿਕ ਜੀਵਨ ਜਿਉਣ ਵਾਲੇ ਆ, ਸਮਾਜ ਵਿੱਚ ਰਹਿਣ ਵਾਲੇ ਆ, ਇਹਨਾਂ ਦੇ ਆ ਜਿਹੜੇ ਭਗਤ ਰਵਿਦਾਸ ਦੇ ਬੋਲ ਨਾ ਅੱਖਾਂ ਸਾਹਮਣੇ ਹੁੰਦੇ, ਵੇਖਿਆ ਕਰੋ, ਅਨੁਭਵ ਕਰਿਆ ਕਰੋ ਵੀ ਇਨਸਾਨ ਕਿੱਦਾਂ ਕਰਦਾ, ਜ਼ਿੰਦਗੀ ਜਿਉਂਦਾ ਕਿਵੇਂ। ਜਦੋਂ ਕੁਛ ਮਿਲਦਾ ਉਦੋਂ ਤੇ ਐਨ ਵੀਰੇ ਖਾਨ ਹੀ ਬਣ ਜਾਂਦਾ ਵੀ ਮੈਂ ਹੀ ਆ ਬਸ ਸੰਸਾਰ ਤੇ ਜਦੋਂ ਕਿਤੇ ਰੱਬ ਕੁਛ ਵਾਪਸ ਲੈ ਜਾਏ ਤੇ ਫਿਰ ਵੇਖਿਆ ਕਰੋ। ਇਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਪ੍ਰਤੱਖ ਹੁੰਦੀਆਂ ਨੇ। ਪ੍ਰਤੱਖ ਸਾਡੇ ਸਾਹਮਣੇ ਕੀ ਹੋਣੀਆਂ, ਆਪਣੀਆਂ ਜ਼ਿੰਦਗੀਆਂ ਵਿੱਚ ਹੀ ਵੇਖ ਲਓ ਅਸੀਂ ਕਿੱਦਾਂ ਜਿਉਂਦੇ ਆ। ਉਹ ਤੇ ਬੜੇ ਵਡਭਾਗੇ ਨੇ ਉਹ ਜੀਵ, ਉਹ ਭਲੇ ਪੁਰਸ਼ ਜਿਨ੍ਹਾਂ ਉੱਤੇ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਕਿ ਰੱਬ ਜੀ ਦਾਤ ਦਿੰਦੇ, ਉਹ ਰੱਬ ਜੀ ਦਾ ਸ਼ੁਕਰਾਨਾ ਕਰਦੇ ਨੇ। ਤੇ ਜੇ ਰੱਬ ਜੀ ਕੋਈ ਵਸਤੂ ਲੈ ਜਾਏ ਤੇ ਫਿਰ ਉਹਦੇ ਨਾਲ ਨਾਰਾਜ਼ਗੀ ਨਹੀਂ, ਸਗੋਂ ਫਿਰ ਉਹਦੀ ਰਜ਼ਾ ਵਿੱਚ ਰਾਜੀ। ਵਡਭਾਗੇ ਨੇ ਉਹ, ਪਰ ਬਹੁਤਾਤ ਜਦੋਂ ਜੀਵਨ ਵੇਖਾਂਗੇ ਤੇ ਨਜ਼ਰੀ ਕੀ ਪੈਂਦਾ, ਗਰਭ ਔਰ ਰੋਣਾ, ਇਹ ਦੋ ਚੀਜ਼ਾਂ ਹੀ ਨਜ਼ਰੀ ਪੈਂਦੀਆਂ। ਸਤਿਗੁਰੂ ਕਹਿੰਦੇ ਮੇਰੀ ਮੇਰੀ ਕਰ ਗਏ, ਮੇਰੀ ਮੇਰੀ ਕਰਦਿਆਂ ਹੀ ਚਲੇ ਗਏ। ਧਨ ਧਨ ਕਲਤ ਨਾ ਸਾਥ, ਨਾ ਤਨ ਨੇ ਸਾਥ ਦਿੱਤਾ, ਨਾ ਧਨ ਨੇ ਸਾਥ ਦਿੱਤਾ, ਤੇ ਨਾ ਕਲਤਰ ਨੇ ਸਾਥ ਦਿੱਤਾ। ਕਲਤਰ ਪਰਿਵਾਰ ਕਹਿ ਸਕਦੇ ਆ, ਕਲਤਰ ਇਸਤਰੀ ਕਹਿ ਲਈਏ, ਸਾਥ ਕਿਹਨੇ ਦਿੱਤਾ ਹੈ? ਬਾਬਾ ਕਬੀਰ ਜੀ ਨੂੰ ਪੜੋ। ਦੇਹੁਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ, ਲੱਟ ਛਟਕਾਏ ਤਿਰਿਆ ਰੋਵੈ, ਹੰਸ ਅਕੇਲਾ ਜਾਈ। ਕਿ ਉਹਨੇ ਨਹੀਂ ਕਦੇ ਆਖਿਆ ਵੀ ਮੇਰੀ ਮਾਂ ਤੇ ਮੇਰੇ ਪਰਿਵਾਰ, ਮੇਰਾ ਪਰਿਵਾਰ? ਕਿਹੜਾ ਬੰਦਾ ਜਿਹੜਾ ਨਹੀਂ ਕਹਿੰਦਾ? ਵਾਰੀ ਕੀ ਆਈ? ਇਸੇ ਕਰਕੇ ਸਤਿਗੁਰੂ ਜੀ ਨੇ ਜ਼ਿਕਰ ਕਰਦੇ ਮੇਰੀ ਮੇਰੀ ਕਹਿਰੋਂ ਕਰਤੇ, ਦੁਰਯੋਧਨ ਸਹਿ ਭਾਈ।
12 ਜੋਜਨ ਛਤਰ ਚੱਲੇ ਥਾ ਦੇਹੀ ਗਿਰਜਨ ਖਾਈ। ਕਿੱਥੇ ਖੜੇ ਹਾਂ ਅਸੀਂ? ਸਾਰੀ ਜ਼ਿੰਦਗੀ ਮੈਂ ਔਰ ਮੇਰੀ ਆਪਣੱਤ ਵਿੱਚ ਹੀ ਉਲਝੇ ਰਹਿ ਗਏ। ਤੇ ਸਤਿਗੁਰੂ ਬਾਬਾ ਕਬੀਰ ਜੀ ਨੇ ਇਸੇ ਕਰਕੇ ਆਖਿਆ, ਕਹਿੰਦੇ ਜਦੋਂ ਮੈਂ ਝਾਤ ਮਾਰ ਕੇ ਵੇਖਿਆ ਨਾ ਤੇ ਮੈਨੂੰ ਨਜ਼ਰੀ ਕੀ ਪਿਆ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਮੈਂ ਜਿਉਂਦੇ ਜੀ ਇਸ ਗੱਲ ਨੂੰ ਪਰਖ ਕੇ ਵੇਖਿਆ ਵੀ ਰੱਬਾ ਮੇਰਾ ਹੈ ਕੀ, ਮੈਂ ਕਿਹਦੇ ਤੇ ਦਾਵਾ ਕਰਾਂ? ਮੈਂ ਕਿਹੜਾ ਸਰੀਰ ਆਪ ਬਣਾਇਆ, ਇਹ ਵੀ ਤੂੰ ਦੇਤਾ। ਇਹਨੂੰ ਅੱਖਾਂ ਦੇਤੀਆਂ, ਮੈਂ ਤਾਂ ਵੀ ਕੁਛ ਨਹੀਂ ਕਰ ਸਕਿਆ। ਜੇ ਤੂੰ ਨਾ ਦਿੰਦਾ ਤੇ ਮੈਂ ਤਾਂ ਵੀ ਕੁਝ ਨਹੀਂ ਸੀ ਕਰ ਸਕਦਾ। ਸਾਰਾ ਕੁਝ ਤੂੰ ਦੇ ਕੇ ਨਵਾਜਿਆ। ਫਿਰ ਪਰਿਵਾਰ ਦੇਤਾ, ਨਾ ਦਿੰਦਾ ਹੋ ਸਕਦਾ ਕੋਈ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ, ਮੈਨੂੰ ਪਰਿਵਾਰ ਤੋਂ ਦੂਰੀ ਬਣ ਜਾਂਦੀ, ਪਰਿਵਾਰ ਨਾ ਮਿਲਦਾ, ਮੈਂ ਰੱਬ ਦਾ ਕੀ ਵਿਗਾੜ ਲੈਂਦਾ? ਵਸਤੂਆਂ ਪਦਾਰਥ ਦੇਤੇ, ਨਾ ਦਿੰਦਾ ਤਾਂ ਕੀ ਹੋ ਜਾਂਦਾ? ਪਿਆਰ ਜਦੋਂ ਅਸੀਂ ਵੇਖਾਂਗੇ ਨਾ ਨਜ਼ਰ ਮਾਰ ਕੇ, ਤੇ ਸਾਨੂੰ ਨਜ਼ਰ ਵਾਕਈ ਸੱਚਮੁੱਚ ਇਸ ਗੱਲ ਦੀ ਸਮਝ ਲੱਗ ਵੀ ਅਸੀਂ ਕਿਹਦੇ ਉੱਤੇ ਦਾਵਾ ਕਰੀਏ, ਕਿਹੜੀ ਵਸਤੂ ਤੇ ਦਾਵਾ ਕਰਨਾ। ਸਤਿਗੁਰੂ ਜੀ ਬਾਣੀ ਚ ਇੱਥੋਂ ਤੱਕ ਕਹਿੰਦੇ, ਦਾਵਾ ਵਸਤੂਆਂ ਪਦਾਰਥਾਂ ਦੇ ਤੋਂ ਕਰਦਾ ਫਿਰਦਾ, ਕਦੇ ਆਪਣੇ ਸਰੀਰ ਵੱਲ ਝਾਤ ਮਾਰ। ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਤੇਰਾ ਤੇ ਸਰੀਰ ਤੇਰਾ ਨਹੀਂ ਹੈ, ਜਿਹਨੂੰ ਤੂੰ ਸਾਰੀ ਜ਼ਿੰਦਗੀ ਕਹਿੰਦਾ ਰਹਿਣਾ ਮੇਰਾ ਸਰੀਰ ਹੈ, ਮੇਰੀ ਬਾਡੀ ਹੈ, ਮੇਰੀ ਕਾਇਆ, ਇਹ ਤੇਰੇ ਨਾਲ ਉਪਜਿਆ ਹੈ। ਪਰ ਚੇਤਾ ਰੱਖੀ, ਸੋ ਭੀ ਸੰਗ ਨਾ ਹੋਇਆ। ਮੇਰੀ ਮੇਰੀ ਕਰ ਗਏ ਤਨ, ਤਨ ਲਈ ਕੀ ਕਰਦਾ ਰਿਹਾ? ਮੇਰੀ ਕਾਇਆ। ਧਨ ਮੇਰੀ ਦੌਲਤ ਹੈ, ਮੈਂ ਇੰਨੀ ਜ਼ਮੀਨ ਜਾਇਦਾਦ ਇਕੱਠੀ ਕੀਤੀ, ਕਰ ਗਏ। ਤਨ ਧਨ ਕਲਤ ਨਾ ਸਾਥ, ਨਾ ਤਨ ਨੇ ਸਾਥ ਦਿੱਤਾ, ਨਾ ਧਨ ਨੇ ਸਾਥ ਦਿੱਤਾ, ਤੇ ਨਾ ਹੀ ਪਰਿਵਾਰ ਸਾਥੀ ਬਣਿਆ। ਬਿਨ ਨਾਵੇਂ, ਰੱਬ ਜੀ ਦੇ ਨਾਮ ਤੋਂ ਬਿਨਾ ਕੀ ਹੈ? ਧੰਨਵਾਦ ਹੈ, ਸਭ ਕੁਝ ਫਜ਼ੂਲ ਹੈ। ਭੂਲੋ ਮਾਰਗ ਆਥ, ਕਹਿੰਦੇ ਇਹ ਇਨਸਾਨ ਨਾ ਮਾਇਆ ਦੇ ਰਸਤੇ ਪੈ ਕੇ ਭੁੱਲਿਆ ਹੀ ਫਿਰਦਾ। ਮਾਇਆ ਦੇ ਰਾਹ ਤੇ ਪੈ ਕੇ ਭੁੱਲ ਗਿਆ ਕਿਹਨੂੰ? ਨਾਮ ਨੂੰ। ਨਾਮ ਭੁੱਲਣ ਕਰਕੇ ਸਭ ਕੁਝ ਬਾਦ ਹੈ, ਸਭ ਕੁਝ ਫਜ਼ੂਲ ਹੀ ਹੋ ਗਿਆ। ਕਿਹੜੀ ਚੀਜ਼ ਹੈ ਜਿਹਦੇ ਤੇ ਫਿਰ ਅਸੀਂ ਫਜ਼ੂਲਤਾ ਦਾ ਦਾਵਾ ਨਹੀਂ ਕਰਾਂਗੇ? ਫਜ਼ੂਲ ਹੀ ਹੈ ਨਾ, ਹਰ ਚੀਜ਼ ਫਜ਼ੂਲ ਹੈ। ਸਾਚੋ ਸਾਹਿਬ ਸੇਵੀਐ ਗੁਰਮੁਖ ਅਕਥੋ ਕਾਥ, ਕਹਿੰਦੇ ਇਸ ਲਈ ਹਮੇਸ਼ਾ ਸੱਚੇ ਸਾਹਿਬ ਨੂੰ ਚੇਤਾ ਕਰੀਏ ਤੇ ਗੁਰੂ ਦੇ ਰਾਹੀਂ ਉਸ ਅਕਥ ਪਰਮੇਸ਼ਵਰ ਜੀ ਨੂੰ ਕਥਨ ਦਾ ਯਤਨ ਕਰੀਏ। ਆਵੇ ਜਾਏ ਪਵਾਈਐ ਪੈ ਕਿਰਤ ਕਮਾਏ, ਪੂਰਬ ਲਿਖਿਆ ਕਿਉ ਮੇਟੀਐ, ਲਿਖਿਆ ਲੇਖ ਰਜ਼ਾਏ, ਬਿਨ ਹਰ ਨਾਮ ਨਾ ਛੁਟੀਐ, ਗੁਰਮਤਿ ਮਿਲੈ ਮਿਲਾਏ। ਆਵੇ ਜਾਏ ਭਵਾਈਏ, ਭਵਾਈਆ ਮਤਲਬ ਭਟਕੀ ਦਾ, ਆਉਂਦੇ ਜਾਂਦੇ ਭਟਕੀ ਜਾਈਦਾ। ਪਏ ਕਿਰਤ ਕਮਾਏ, ਬੰਦਾ ਨਾ ਕਰਮ ਕਰਦਾ, ਕਰਮਾਂ ਅਨੁਸਾਰ ਇਨਸਾਨ ਦਾ ਸੁਭਾਅ ਬਣਦਾ। ਜਿਵੇਂ ਇੱਕ ਇੱਕ ਕਰਕੇ ਅਮਲ ਕਰੀ ਜਾਂਦਾ ਹੈ, ਇੱਕ ਇੱਕ ਕਰਕੇ ਕਰਮ ਕਰੀ ਜਾਂਦਾ ਹੈ, ਬਾਰ-ਬਾਰ ਉਹਨਾਂ ਕਰਮਾਂ ਨੂੰ ਦੁਹਰਾਉਣ ਤੇ ਕੀ ਹੁੰਦਾ? ਜ਼ਿੰਦਗੀ ਦਾ ਉਹ ਇੱਕ ਅੰਗ ਬਣ ਜਾਂਦੇ ਨੇ।
ਜਦੋਂ ਜ਼ਿੰਦਗੀ ਦਾ ਅੰਗ ਬਣ ਗਿਆ, ਉਸ ਬਣੇ ਹੋਏ ਜਿਹੜਾ ਕਰਮ ਸਾਡੀ ਜ਼ਿੰਦਗੀ ਦਾ ਅੰਗ ਬਣ ਗਿਆ, ਜਿਹਨੂੰ ਅਸੀਂ ਆਦਤ ਕਹਿ ਸਕਦੇ ਹਾਂ, ਉਹਨੂੰ ਕਿਰਤ ਕਹਿੰਦੇ। ਕਹਿੰਦੇ ਪਏ ਕਿਰਤ ਕਮਾਏ ਬੰਦਾ ਆਪਣੀ ਕਿਰਤ ਸਦਕਾ, ਮਤਲਬ ਜਿਹੜਾ ਜ਼ਿੰਦਗੀ ਦਾ ਸੁਭਾਅ ਬਣ ਗਿਆ, ਉਹਦੇ ਕਰਕੇ ਕੀ ਹੁੰਦਾ, ਆਏ ਜਾਏ ਭਵਾਈ ਹੈ, ਆਉਂਦਾ ਜਾਂਦਾ ਭਟਕਦਾ ਹੈ, ਜਿੱਦਾਂ ਦੀ ਕਿਰਤ ਹੈ। ਪੂਰਬ ਲਿਖਿਆ ਕਿਉਂ ਮੇਟੀ ਹੈ, ਲਿਖਿਆ ਲੇਖ ਰਜ਼ਾਏ। ਉਸ ਰਜ਼ਾ ਵਾਲੇ ਦੇ ਹੁਕਮ ਤੇ ਬਲ ਸਦਕਾ ਲੇਖ ਲਿਖੇ ਗਏ ਸਾਡੇ ਕਰਮਾਂ ਦੇ, ਅਸੀਂ ਕਿਵੇਂ ਮੇਟ ਲਾਂਗੇ? ਕਰਮ ਅਸੀਂ ਕੀਤੇ, ਕਰਮ ਕਰਦਿਆਂ ਕਰਦਿਆਂ ਉਹਨਾਂ ਕਰਮਾਂ ਅਨੁਸਾਰ ਅਸੀਂ ਕਿਰਤ ਬਣਾ ਲਈ। ਜਦੋਂ ਕਿਰਤ ਮਤਲਬ ਆਦਤ ਬਣਾ ਲਈ, ਤੇ ਅਸੀਂ ਉਹ ਹੁਣ ਕੀ ਬਣ ਗਏ? ਉਹ ਸਾਡੇ ਬਣੇ ਹੋਏ ਕਰਮ, ਸਾਡੀ ਬਣੀ ਹੋਈ ਆਦਤ ਲੇਖ ਬਣ ਗਏ। ਕਰਮਾਂ ਅਨੁਸਾਰ ਹੀ ਲੇਖ ਬਣਨਗੇ ਨਾ, ਜਿੱਦਾਂ ਦੇ ਕੰਮ ਉਦਾਂ ਦਾ ਲੇਖ। ਕਿਵੇਂ ਮੇਟ ਲਾਂਗੇ? ਨਹੀਂ ਮਿਟੇਗਾ। ਫਿਰ ਹੋਏਗਾ ਕੀ? ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਆਪਣੇ ਆਪਣੇ ਲੇਖ ਨੇ। ਫਿਰ ਬਾਅਦ ਵਿੱਚ ਸਾਹਿਬ ਨਾਲ ਕਹਿੰਦੇ ਨਿਰਾਸ਼ ਨਹੀਂ ਹੋਣਾ, ਵੀ ਜੇ ਤੈਨੂੰ ਤੇਰੇ ਕੀਤੇ ਕਰਮਾਂ ਦਾ ਪਛਤਾਵਾ ਹੈ ਵੀ ਮੈਂ ਕਿਉਂ ਕਰ ਲਏ ਐਸੇ ਕਰਮ, ਸਾਹਿਬ ਕਹਿੰਦੇ ਵੀ ਨਿਰਾਸ਼ ਨਾ ਹੋਈ। ਕੀ ਕਰ? ਇੰਨਾ ਕੁ ਖਿਆਲ ਰੱਖ ਲਾ, ਸਮਝ ਲਾ ਇਸ ਗੱਲ ਨੂੰ, ਬਿਨ ਹਰ ਨਾਮ ਨਾ ਛੁੱਟੀ ਹੈ। ਬਚ ਤੇ ਜਾਏਗਾ ਤੂੰ, ਤੇਰਾ ਕਰਮਾਂ ਤੋਂ ਵੀ ਛੁਟਕਾਰਾ ਹੋ ਜਾਏਗਾ, ਤੇਰਾ ਲੇਖ ਵੀ ਮਿਟ ਜਾਏਗਾ, ਪਰ ਰੱਬ ਦੇ ਨਾਮ ਤੋਂ ਬਿਨਾਂ ਨਹੀਂ ਹੋ ਬਚਾ ਹੋਣਾ। ਬਿਨ ਹਰ ਨਾਮ ਨਾ ਛੁੱਟੀ ਹੈ। ਗੁਰਮਤਿ ਮਿਲੇ ਮਿਲਾਏ, ਗੁਰੂ ਦੀ ਮੱਤ ਧਾਰਨ ਕਰ ਲਾ। ਜਦੋਂ ਗੁਰੂ ਦੀ ਮੱਤ ਦਾ ਧਾਰਨੀ ਹੋਏਗਾ, ਮਿਲੇ ਉਹਨੂੰ ਮਿਲ ਲਏਗਾ, ਉਹ ਗੁਰੂ ਹੀ ਤੇਰਾ ਮਿਲਾਪ ਕਰਾਏਗਾ। ਕਿਹਦੇ ਨਾਲ? ਰੱਬ ਜੀ ਨਾਲ। ਜਦੋਂ ਰੱਬ ਜੀ ਦਾ ਨਾਮ ਤੇਰੇ ਕੋਲ ਹੋਏਗਾ, ਤੂੰ ਛੁੱਟ ਜਾਏਗਾ, ਤੇ ਉਦੋਂ ਬਿਨਾ ਤੇਰਾ ਛੁਟਕਾਰਾ ਨਹੀਂ ਹੈ। ਫਿਰ ਜਿੱਦਾਂ ਦੇ ਲੇਖ ਲਿਖੇ ਭੋਗੀ ਚੱਲ। ਗੁਰੂ ਕੀ ਕਰਦਾ? ਲੇਖਾ ਖਤਮ ਕਰਦਾ। ਜੇ ਇਉਂ ਕਹਿ ਲਈਏ ਵੀ ਗੁਰੂ ਲੇਖੇ ਦੇ ਕਾਗਜ਼ ਪਾੜ ਦਿੰਦਾ ਹੈ, ਤੇ ਕੋਈ ਅਤ ਕਥਨ ਹੀ ਨਹੀਂ, ਖਤਮ ਕਰਤਾ ਉਹਨੇ। ਉਹ ਤੇ ਬਖਸ਼ਿੰਦ ਹੈ ਨਾ। ਇਸੇ ਕਰਕੇ ਤੇ ਸਾਹਿਬ ਜੀ ਨੇ ਬਾਣੀ ਚ ਸੁਭਾਵ ਕਿਹਾ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ। ਜੇ ਉਹ ਪਿਛਲੇ ਬਖਸ਼ੇ ਹੀ ਨਾ, ਫਿਰ ਅੱਗੇ ਮਾਰਗ ਥੋੜੀ ਪਾਵਾਂਗੇ ਅਸੀਂ ਤੇ ਪਿਛਲਿਆਂ 'ਚ ਹੀ ਉਲਝੇ ਰਹੇ। ਅਸੀਂ ਤੇ ਆਪਣੇ ਪਿਛਲੇ ਔਗਣਾਂ ਵਿੱਚ ਫਸੇ ਹੀ ਕਰਮ ਕਰੀ ਚੱਲਾਂਗੇ। ਜਿਵੇਂ ਸਿਆਣੇ ਕਹਿੰਦੇ ਨਾ ਵੀ ਇੱਕ ਝੂਠ ਬੰਦਾ ਬੋਲ ਦਿੰਦਾ, ਫਿਰ ਉਸ ਝੂਠ ਨੂੰ ਛੁਪਾਉਣ ਵਾਸਤੇ 100 ਝੂਠ ਬੋਲਦਾ, ਫਿਰ 100 ਝੂਠ ਹੋਰ ਨਾਲ ਜੁੜ ਗਿਆ। ਹੁਣ ਉਹਨੂੰ ਛੁਪਾਉਣ ਵਾਸਤੇ 1000 ਬੋਲੇਗਾ, 1000 ਹੋਰ ਜੁੜ ਗਿਆ, 1000 ਨੂੰ ਛੁਪਾਉਣ ਵਾਸਤੇ ਕੀ ਕਰੇਗਾ? ਲੱਖ। ਆਦਤ ਬਣ ਗਈ ਨਾ ਝੂਠ, ਉਹਦੇ ਚੋਂ ਹੀ ਨਹੀਂ ਨਿਕਲ ਸਕਦਾ। ਜੇ ਕੋਈ ਇਨਸਾਨ ਆ ਕੇ ਹੁਣ ਇਹ ਕਹੇ ਵੀ ਛੱਡ ਤੂੰ ਜਿੰਨੇ ਝੂਠ ਬੋਲਦੇ ਖਤਮ ਕਰ, ਅੱਜ ਤੋਂ ਦਾਵਾ ਕਰ ਮੈਂ ਸੱਚ ਬੋਲਾਂਗਾ, ਬਚ ਗਿਆ। ਜੇ ਮਨੁੱਖ ਕਵੇ ਵੀ ਹੁਣ ਮੈਂ ਝੂਠ ਬੋਲ ਬੋਲ ਹੀ ਝੂਠਾਂ ਦਾ ਆਸਰਾ ਛੱਡ ਦਾਂਗਾ, ਕਦੇ ਨਹੀਂ ਹੋਣਾ। ਇਸੇ ਤਰ੍ਹਾਂ ਸਾਡੇ ਕਰਮ ਨੇ। ਅਸੀਂ ਇੱਕ ਬੁਰਾ ਕਰਮ ਕਰ ਲੈਂਦੇ ਹਾਂ, ਉਹਨੂੰ ਛੁਪਾਉਣ ਵਾਸਤੇ ਹੋਰ, ਫਿਰ ਉਹਨਾਂ ਨੂੰ ਛੁਪਾਉਣ ਵਾਸਤੇ ਹੋਰ, ਉਹ ਇੱਕ ਆਦਤ ਬਣ ਜਾਂਦੀ। ਜੇ ਗੁਰੂ ਬਖਸ਼ਿੰਦ ਨਾ ਹੋਵੇ, ਅਸੀਂ ਤੇ ਉਹਨਾਂ ਕਰਮਾਂ 'ਚ ਹੀ ਉਲਝੇ ਰਹਿ ਜਾਵਾਂਗੇ। ਤੇ ਗੁਰੂ ਕੀ ਕਰਦਾ? ਕਾਟਾ ਫੇਰ ਸਾਰੇ ਕਰਮਾਂ ਤੇ ਆ ਕੇ ਪਛਤਾਵਾ ਕਰ ਲਾ। ਪਛਤਾਵਾ ਕਰਕੇ ਗੁਰੂ ਨੂੰ ਕਹਿ ਵੀ ਬਖਸ਼ ਲਾ ਮਾਲਕਾ। ਜਿੱਦਣ ਉਹਨੇ ਬਖਸ਼ ਲਿਆ, ਆਗੇ ਮਾਰਗ ਪਾਵੇ, ਪਿਛਲੇ ਛੱਡ ਦੇ, ਨਵਾਂ ਲੇਖਾ ਸ਼ੁਰੂ ਕਰ। ਵੀ ਅੱਜ ਤੋਂ ਬਾਅਦ 'ਚ ਮੈਂ ਕੋਈ ਮਾੜਾ ਕਰਮ ਨਹੀਂ ਕਰਦਾ। ਨਵਾਂ ਲੇਖਾ ਸ਼ੁਰੂ ਕਰਨ ਦਾ ਤਾਂ ਫਾਇਦਾ ਹੈ, ਕਿਤੇ ਇਹ ਨਾ ਹੋਵੇ ਵੀ ਸਾਡਾ ਮਨ ਚਲਾਕ ਵੀ ਬਹੁਤ ਹੈ ਨਾ, ਕੋਈ ਗੱਲ ਨਹੀਂ, 1 ਸਾਲ ਔਗਣ ਕਰਾਂਗੇ, ਸਾਲ ਬਾਅਦ ਆ ਕੇ ਗੁਰੂ ਨੂੰ ਆਖਾਂਗੇ ਵੀ ਬਖਸ਼ ਲਾ, ਲੇਖਾ ਪੜਵਾ ਲਾਂਗੇ, ਮੁੜ ਕੇ ਅਗਲਾ ਫੇਰ ਸ਼ੁਰੂ ਕਰਾ ਲਾਂਗੇ। ਏਦਾਂ ਨਾ ਹੋਵੇ।
ਬਖਸ਼ਿੰਦ ਹੈ, ਉਹ ਬਖਸ਼ਦਾ ਹੈ। ਜਿੰਨੀ ਵਾਰੀ ਅਸੀਂ ਸਾਹਿਬ ਜੀ ਨੇ ਨਾ ਜਦੋਂ ਰੱਬ ਜੀ ਦੇ ਸੁਭਾਅ ਦਾ, ਗੁਰੂ ਦੇ ਸੁਭਾਅ ਦੀ ਗੱਲ ਕੀਤੀ, ਅਸੀਂ ਉਹਦੇ ਬੱਚੇ ਆ, ਉਹ ਬਖਸ਼ ਲੈਂਦਾ, ਭਾਵੇਂ ਅਸੀਂ ਜਿੰਨੀ ਮਰਜ਼ੀ ਵਾਰੀ ਔਗਣ ਕਰਕੇ ਆ ਜਾਈਏ ਬਖਸ਼ ਲੈਂਦਾ। ਪਰ ਇਹ ਨਾ ਹੋਵੇ ਵੀ ਅਸੀਂ ਔਗਣ ਕਰ ਕਰਕੇ ਇੰਨਾ ਕੁ ਜ਼ਿਆਦਾ ਔਗਣਾਂ ਦੇ ਵਿੱਚ ਗਲਤਾਨ ਹੋ ਜਾਈਏ ਵੀ ਮਾਲਕ ਇਹ ਕਹਿ ਉੱਠੇ ਕਿ ਤੇਰਾ ਤੇ ਰੋਜ਼ ਦਾ ਹੀ ਕੰਮ ਹੈ। ਇਹ ਨਾ ਹੋਵੇ। ਉਹ ਬਖਸ਼ਿੰਦ ਹੈ, ਤੇ ਉਹਦੀ ਅਸੀਂ ਇਸ ਸੁਭਾਅ ਦਾ ਲਾਭ ਨਾ ਚੁੱਕਦੇ ਫਿਰੀਏ ਵੀ ਬਖਸ਼ ਤੇ ਦੇਣਾ ਹੀ ਹੈ, ਕੋਈ ਗੱਲ ਨਹੀਂ, ਕਰ ਲਓ ਇੱਕ ਵਾਰੀ ਔਗਣ ਫਿਰ ਬਖਸ਼ਾ ਲਾਂਗੇ, ਲਾਭ ਨਾ ਚੁੱਕਦੇ ਫਿਰੀਏ। ਮਾਲਕ ਕਹਿੰਦੇ ਬਿਨ ਹਰ ਨਾਮ ਨਾ ਛੁੱਟੀਐ, ਗੁਰਮਤਿ ਮਿਲੈ ਮਿਲਾਏ। ਤਿਸ ਬਿਨ ਮੇਰਾ ਕੋ ਨਹੀਂ, ਜਿਸ ਕਾ ਜਿਉ ਪ੍ਰਾਨ। ਹਉਮੈ ਮਮਤਾ ਜਲ ਬਲੋ, ਲੋਭ ਜਲੋ ਅਭਿਮਾਨ। ਨਾਨਕ ਸ਼ਬਦ ਵਿਚਾਰੀਐ, ਪਾਈਐ ਗੁਣੀ ਨਿਦਾਨ। ਤਿਸ ਬਿਨ, ਉਹਦੇ ਤੋਂ ਬਿਨਾ, ਮੇਰਾ ਕੋ ਨਹੀਂ, ਕੋਈ ਮੇਰਾ ਨਹੀਂ ਹੈ। ਜਿਸ ਕਾ ਜੀਓ ਪ੍ਰਾਣ। ਫਿਰ ਇਹ ਨਹੀਂ ਵੀ ਅਸੀਂ ਕਿਸੇ ਮਨੁੱਖ ਵੱਲ ਜਾ ਕੇ ਅੱਖ ਹੱਥ ਕਰਕੇ ਕਹੀਏ ਵੀ ਇਹਦੇ ਤੋਂ ਬਿਨਾ ਮੇਰਾ ਕੋਈ ਨਹੀਂ। ਸਾਹਿਬ ਕਹਿੰਦੇ ਨਾਲ ਮਾਲਕ ਨੇ ਅਗਾਂਹ ਐਕਸਪਲੇਨੇਸ਼ਨ ਦੇ ਕੇ ਦੱਸਿਆ ਵੀ ਕਿਹਦੇ ਬਿਨਾ ਤੇਰਾ ਕੋਈ ਨਹੀਂ, ਜਿਸ ਕਾ ਜੀਓ ਪ੍ਰਾਣ। ਜਿਹਦੀ ਜਿੰਦ ਤੇ ਜਿਹਦੇ ਦਿੱਤੇ ਹੋਏ ਪ੍ਰਾਣ ਤੇਰੇ ਕੋਲ ਨੇ ਨਾ, ਉਹਦੇ ਤੋਂ ਬਿਨਾ ਤੇਰਾ ਕੋਈ ਨਹੀਂ ਹੈ, ਉਹੀ ਹੈ। ਕਿਉਂਕਿ ਬੰਦਾ ਮੁੱਖ ਉੱਤੇ ਬੈਠਿਆ ਮਤਲਬ ਸਾਹਮਣੇ ਬੈਠੇ ਪਰਸਨ ਦੇ ਸਾਹਮਣੇ ਬੈਠਿਆ ਕੀ ਆਹੀ ਹੈ ਜੀ ਬਸ ਆਪਣਾ। ਤੇ ਉਹਨੂੰ ਵੀ ਕਹੀ ਜਾਂਦੇ ਤੁਹਾਡੇ ਤੋਂ ਬਿਨਾ ਸਾਡਾ ਕੌਣ ਹੈ। ਉੱਥੋਂ ਉੱਠਿਆ ਦੂਜੇ ਕੋਲ ਜਾ ਕੇ ਉਹਨੂੰ ਕਹੀ ਤੁਹਾਡੇ ਤੋਂ ਬਿਨਾ ਸਾਡਾ ਕੌਣ ਹੈ। ਮਨੁੱਖਾਂ ਤੇ ਵੀ ਦਾਵਾ ਨਾ, ਪਰ ਮਾਲਕ ਕਹਿੰਦੇ ਵੀ ਮੈਂ ਤੈਨੂੰ ਉਸ ਦਾਅਵੇ ਦੀ ਗੱਲ ਨਹੀਂ ਕਰ ਰਿਹਾ। ਮੈਂ ਤੈਨੂੰ ਹੁਣ ਜਿਹੜੇ ਮਰਜ਼ੀ ਮਨੁੱਖ ਕੋਲ ਜਾ ਕੇ ਬੈਠਿਆ ਹੋਵੇ, ਬੰਦੇ ਨੇ ਕਹਿਣਾ ਤੁਹਾਡੇ ਤੋਂ ਬਿਨਾ ਕੌਣ ਹੈ ਸਾਡਾ। ਸਤਿਗੁਰੂ ਕਹਿੰਦੇ ਉਹ ਤੈਨੂੰ ਜਿੰਦ ਤੇ ਪ੍ਰਾਣ ਦੇਣ ਵਾਲੇ ਨਹੀਂ। ਜਿੰਦ ਪ੍ਰਾਣ ਦੇਣ ਵਾਲਾ ਕੌਣ ਹੈ? ਇੱਕ ਪਰਮੇਸ਼ਵਰ, ਉਹਦੇ ਤੋਂ ਬਿਨਾ ਤੇਰਾ ਕੋਈ ਨਹੀਂ ਹੈ। ਤਿਸ ਬਿਨ ਮੇਰਾ ਕੋ ਨਹੀਂ। ਮੈਂ ਉੱਥੇ ਦਾਵਾ ਕਰਕੇ ਹੁਣ ਕਹਿ ਸਕਦੇ ਹਾਂ ਵੀ ਇਹਦੇ ਤੋਂ ਬਿਨਾ ਮੇਰਾ ਕੋਈ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਮੇਰਾ ਕੋਈ ਨਹੀਂ ਹੈ। ਰੱਬ ਜੀ ਤੋਂ ਬਿਨਾ ਮੇਰਾ ਕੋਈ ਨਹੀਂ ਹੈ। ਕਿਉਂਕਿ ਮੈਨੂੰ ਜਿੰਦ ਤੇ ਮੈਨੂੰ ਪ੍ਰਾਣ ਕਿਹਨੇ ਦਿੱਤੇ ਨੇ? ਮੇਰੇ ਸਾਹਿਬ ਨੇ, ਮੇਰੇ ਮਾਲਕ ਨੇ, ਮੇਰੇ ਪਰਮੇਸ਼ਵਰ ਨੇ, ਰੱਬ ਨੇ ਦਿੱਤੇ। ਤੇ ਮੈਨੂੰ ਜ਼ਿੰਦਗੀ ਜਿਉਣ ਦੀ ਜਾਂਚ ਕਿਹਨੇ ਦਿੱਤੀ ਹੈ? ਮੇਰੇ ਗੁਰੂ ਨੇ। ਤੇ ਮੈਂ ਕਿਵੇਂ ਕਹਿ ਦਿਆਂ ਵੀ ਇਹ ਤੋਂ ਬਿਨਾ ਕੋਈ ਹੋਰ ਮੇਰਾ ਹੈ? ਜਿਹਨੂੰ ਕਵੀ ਨਿਹਾਲ ਸਿੰਘ ਕਹਿੰਦੇ ਨਾ, ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਵਿੱਚ, ਕਾਹੂ ਕੋ ਭਰੋਸੋ ਜੋਰ ਚਾਕਰੀ ਜਹਾਜ਼ ਪੈ। ਉਹ ਸਾਰਾ ਜਦੋਂ ਉਹਨਾਂ ਦੀ ਰਚਨਾ ਪੜ੍ਹਦੇ ਆ, ਅਖੀਰ ਤੇ ਜਾ ਕੇ ਉਹ ਕੀ ਕਹਿੰਦੇ? ਮੁੱਕ ਤੋਂ ਭਰੋਸੋ ਗੁਰੂ ਗ੍ਰੰਥ ਮਹਾਰਾਜ ਪੈ। ਮੈਨੂੰ ਤੇ ਬਸ ਇੱਕ ਇਹਦੇ ਤੇ ਭਰੋਸਾ ਹੈ, ਕਿਉਂਕਿ ਜ਼ਿੰਦਗੀ ਜਿਉਣ ਦੀ ਜਾਂਚ ਇਹਨੇ ਦੇਣੀ, ਜਿੰਦ ਤੇ ਪ੍ਰਾਣ ਰੱਬ ਨੇ ਦਿੱਤੇ। ਇਹਨਾਂ ਦੋ ਸ਼ਖਸੀਅਤਾਂ ਤੋਂ ਬਿਨਾ ਤੀਜੇ ਦੀ ਪਰਵਾਹ ਕੋਈ ਨਹੀਂ, ਚਾਹੇ ਸਾਹਮਣੇ ਕੋਈ ਖੜੋਤਾ ਹੋਵੇ। ਜਿਉਣਾ ਗੁਰੂ ਨੇ ਦੱਸਣਾ, ਰੱਬ ਤੋਂ ਬਿਨਾ ਮਾਰ ਕੋਈ ਨਹੀਂ ਸਕਦਾ। ਜੇ ਜ਼ਿੰਦਗੀ ਉਹ ਦੇਣ ਵਾਲਾ ਹੈ ਤੇ ਮਾਰ ਵੀ ਉਹ ਹੀ ਸਕਦਾ, ਫਿਰ ਤੀਜੇ ਦੀ ਪਰਵਾਹ ਕਿਉਂ ਕਰੀਏ? ਅਸੀਂ ਜ਼ਿੰਦਗੀ ਜਿਉਵਾਂਗੇ, ਫਕਰ ਨਾਲ ਜਿਉਵਾਂਗੇ, ਜ਼ਿੰਦਗੀ ਵਿਅਤੀਤ ਕਰਾਂਗੇ, ਇੱਜ਼ਤ ਨਾਲ ਵਿਅਤੀਤ ਕਰਾਂਗੇ। ਬੇਪਤ ਹੋ ਕੇ ਜ਼ਿੰਦਗੀ ਜਿਉਣ ਦਾ ਕੀ ਲਾਭ ਹੈ? ਤਿਸ ਬਿਨ ਮੇਰਾ ਕੋ ਨਹੀਂ, ਜਿਸ ਕਾ ਜਿਉ ਪ੍ਰਾਣ। ਹਉਮੈ ਮਮਤਾ ਜਲ ਬਲੋ, ਲੋਭ ਜਲੋ ਅਭਿਮਾਨ। ਕਹਿੰਦੇ ਵੀ ਇਹ ਸਾਰਾ ਕੁਝ ਹੀ ਸਾੜਦੇ ਆ, ਨਾਨਕ ਸ਼ਬਦ ਵਿਚਾਰੀਏ। ਹੇ ਨਾਨਕ ਜੀ, ਸ਼ਬਦ ਵਿਚਾਰ ਰਾਹੀਂ, ਮਤਲਬ ਗੁਰੂ ਕੇ ਗਿਆਨ ਸਦਕਾ ਪਾਈਐ ਗੁਣੀ ਨਿਧਾਨ। ਗੁਣਾਂ ਦਾ ਖਜ਼ਾਨਾ ਮਿਲ ਜਾਂਦਾ, ਮਤਲਬ ਰੱਬ ਜੀ ਦੀ ਪ੍ਰਾਪਤੀ ਹੋ ਜਾਂਦੀ ਹੈ।
ਤੇ ਰੱਬ ਜੀ ਦੀ ਪ੍ਰਾਪਤੀ ਮਤਲਬ ਸੁੱਖਾਂ ਦਾ ਖਜ਼ਾਨਾ ਮਿਲ ਜਾਣਾ। ਸੁੱਖਾਂ ਦਾ ਖਜ਼ਾਨਾ ਮਿਲ ਗਿਆ, ਹੁਣ ਚਿੰਤਾ ਕੋਈ ਨਹੀਂ। ਇੱਕ ਤਿਲ ਪਿਆਰਾ ਵਿਸਰਿਆ, ਜੇ ਉਹ ਭੁੱਲੇਗਾ ਤੇ ਦੁੱਖ ਲੱਗੇਗਾ ਨਾ। ਹੁਣ ਆਪਾਂ ਨੂੰ ਮਿਲ ਗਿਆ, ਉਹ ਸਦੀਵ ਜ਼ਿੰਦਗੀ ਦਾ ਅੰਗ ਬਣ ਗਿਆ। ਐਸਾ ਅੰਗ ਬਣਿਆ ਹੁਣ ਭੁੱਲਦਾ ਨਹੀਂ, ਉਹ ਸਦਾ ਚਿੰਤਨ ਵਿੱਚ ਰਹਿੰਦਾ ਹੈ। ਇਸ ਕਰਕੇ ਜ਼ਿੰਦਗੀ ਸੁੱਖਾਂ ਭਰਪੂਰ ਹੈ, ਜੀਵਨ ਸੁੱਖਾਂ ਭਰਿਆ ਹੈ। ਸਤਿਗੁਰੂ ਜੀ ਅੱਗੇ ਕਿਤੇ ਸਾਨੂੰ ਵੀ ਅਰਜ਼ੋਈ ਕਰਨੀ ਆ ਜਾਏ ਵੀ ਮਾਲਕ ਜੀਓ, ਆਹ ਕਰਮ ਅਸੀਂ ਤੁਹਾਡੇ ਕੋਲੋਂ ਮੰਗਦੇ ਹਾਂ ਕਿ ਸਾਡੀ ਜ਼ਿੰਦਗੀ ਦਾ ਕਰਮ ਅਸੀਂ ਰੋਜ਼ ਕਰੀਏ। ਪਰ ਮਾਲਕ ਜੀਓ ਇੰਨੀ ਕੁ ਰਹਿਮਤ ਕਰਿਓ, ਇਹ ਰੋਜ਼ ਕਰਮ ਕਰਦਿਆਂ ਕਰਦਿਆਂ ਸਾਡੀ ਆਦਤ ਬਣ ਜਾਏ ਤੇ ਅਸੀਂ ਕਹਿ ਸਕੀਏ ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਾਹਿਬ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਤਿਸ ਬਿਨ ਮੇਰਾ ਕੋ ਨਹੀਂ, ਜਿਸ ਕਾ ਜਿਉ ਪ੍ਰਾਨ। ਹਉਮੈ ਮਮਤਾ ਜਲ ਬਲੋ, ਲੋਭ ਜਲੋ ਅਭਿਮਾਨ। ਨਾਨਕ ਸ਼ਬਦ ਵਿਚਾਰੀਐ, ਪਾਈਐ ਗੁਣੀ ਨਿਦਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।